ਬਲਿਹਾਰੀ ਗੁਰ ਆਪਣੇ ਜੋ ਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਅਜਾਰ। ਈਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਆਸਾ ਘਰ ਤੀਜਾ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਜ ਮਿਲਕ ਜੋਬਨ ਗ੍ਰਹਿ ਸੋਭਾ ਰੂਪ ਬੰਤ ਜਵਾਨੀ। ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬੈ ਆਨੀ। ਰਾਜ ਮਿਲਖ ਜੋਬਨ ਗ੍ਰਹਿ ਸੋਭਾ ਰੂਪ ਬੰਤ ਜਵਾਨੀ। ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬੈ ਆਨੀ। ਆਗੈ ਦਰਗਹਿ ਕਾਮ ਨ ਆਵੈ ਛੋੜ ਚੱਲੈ ਅਭਿਮਾਨੀ। ਕਾਹੇ ਏਕ ਬਿਨਾ ਚਿਤ ਲਾਈਐ ਊਠਤ ਬੈਠਤ ਸੋਵਤ ਜਾਗਤ। ਸਦਾ ਸਦਾ ਹਰਿ ਧਿਆਈਐ ਰਹਾਉ। ਮਹਾ ਬਚਿੱਤਰ ਸੁੰਦਰ ਆਖਾੜੇ ਰਣ ਮੈਂ ਜਿੱਤੇ ਪਵਾੜੇ। ਹਉ ਮਾਂਗੋ ਹਉ ਬੰਧੋ ਚੋਡੋ ਮੁਖ ਤੇ ਏਬ ਬਵਾੜੇ। ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਏਕ ਦਿਹਾੜੇ। ਕਰਮ ਧਰਮ ਜੁਗਤ ਬਹੁ ਕਰਤਾ ਕਰਣੈ ਹਾਰ ਨ ਜਾਣੈ। ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਨੈ। ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕ ਛਾਨੈ। ਸੰਤ ਸੱਜਣ ਸੁਨੋ ਸਭ ਮੀਤਾ ਝੂਠਾ ਇਹੋ ਪਸਾਰਾ। ਮੇਰੀ ਮੇਰੀ ਕਰ ਕਰ ਡੂਬੇ ਖਪ ਖਪ ਮੂਏ ਗਵਾਰਾ। ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ। ਮੇਰੀ ਮੇਰੀ ਕਰ ਕਰ ਡੂਬੇ ਖਪ ਖਪ ਮੂਏ ਗਵਾਰਾ। ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਚਵਰਤ ਤਖਤ ਦੇ ਮਾਲਕ ਲੋਕ ਪਰਲੋਕ ਦੇ ਰਾਖੇ ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 379 ਅੰਗ ਤੇ ਆਸਾ ਰਾਗ ਦੇ ਅੰਦਰ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਮੰਗਲਾਚਰਨ ਉਚਾਰਨ ਕਰਦੇ ਹੋਏ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ, ਸਰਬ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜਿਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਕੋਈ ਰਾਜਾ ਆਇਆ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਕੋਈ ਰਾਜਾ ਆਇਆ ਤੇ ਰਾਜੇ ਨੇ ਆਪਣੇ ਰਾਜ ਦਾ ਬਹੁਤ ਮਾਣ ਕੀਤਾ ਤੇ ਮਾਣ ਕਰਦਾ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਗੇ ਜਦੋਂ ਹੰਕਾਰ ਕਰਦਾ ਸੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਰਾਜੇ ਦੇ ਪ੍ਰਤੀ ਤੀਸਰੇ ਘਰ ਦੇ ਸਰਤਾਲ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਰਾਜੇ ਨੂੰ ਸਮਝਾ ਰਹੇ ਹਨ ਜਿਹੜਾ ਬੜਾ ਹੰਕਾਰੀ ਸੀ, ਹੰਕਾਰ ਕਰਦਾ ਸੀ, ਹੰਕਾਰ 'ਚ ਆਇਆ ਸੀ। ਉਸ ਰਾਜੇ ਨੂੰ ਬਾਣੀ ਦੁਆਰਾ ਮਹਾਰਾਜ ਜੀ ਕਹਿਣ ਲੱਗੇ, ਰਾਜ ਮਿਲਖ ਜੋਬਨ ਗ੍ਰਹਿ ਸੋਭਾ, ਕਿ ਹੇ ਰਾਜਨ, ਜੋ ਤੂੰ ਸਮਝਦਾ ਹੈ ਕਿ ਮੈਂ ਰਜਵਾੜਿਆਂ ਦਾ ਮਾਲਕ ਰਾਜਾ ਹਾਂ, ਮਿਲਖ ਅਤੇ ਮੇਰੇ ਪਾਸ ਮਿਲਖ ਜਗੀਰਾਂ, ਜੋਬਨ ਜਵਾਨੀ ਅਵਸਥਾ, ਗ੍ਰਹਿ ਘਰ, ਸੋਭਾ ਲੋਕਾਂ ਵਿੱਚ ਬੜੀ ਸੋਭਾ ਵਡਿਆਈ ਹੈ, ਅਤੇ ਰੂਪਵੰਤ ਜਵਾਨੀ ਅਤੇ ਕਹਿੰਦਾ ਹੈ ਮੈਂ ਰੂਪਵੰਤ ਸੁੰਦਰ ਸਰੂਪ ਵਾਲਾ ਹਾਂ। ਇਹ ਅਧਿਆਤਕ ਸਮੱਗਰੀ ਰੂਪਵੰਤ ਸੁੰਦਰ ਸਰੂਪ ਵਾਲੀ ਜੋ ਜਵਾਨੀ ਹੈ, ਇਹ ਮਹਾਰਾਜ ਜੀ ਕਹਿਣ ਲੱਗੇ ਸਾਰੇ ਬੇਅਰਥ ਹੀ ਹੋ ਜਾਣਗੇ ਜੇ ਨਾਮ ਨਹੀਂ ਜਪੇਗਾ, ਇਹਨਾਂ ਦਾ ਹੰਕਾਰ ਕਰੀ ਜਾਏਗਾ। ਹੰਕਾਰ ਦੇ ਵਿੱਚ ਰਾਜ ਮਿਲਕ ਜੋਬਨ ਗ੍ਰਹਿ ਸੋਭਾ ਰੂਪਵੰਤ ਜਵਾਨੀ, ਕਹਿਣ ਲੱਗੇ ਹੇ ਰਾਜਨ, ਜੋ ਤੂੰ ਸਮਝਦਾ ਹੈ ਕਿ ਮੈਂ ਰਜਵਾੜਿਆਂ ਦਾ ਮਾਲਕ ਰਾਜਾ ਹਾਂ ਅਤੇ ਮਿਲਖ ਮੇਰੇ ਪਾਸ ਮਿਲਖ ਜੰਗੀਰਾਂ, ਜੋਬਨ ਜਵਾਨੀ ਅਵਸਥਾ ਹੈ, ਗ੍ਰਹਿ ਘਰ ਤੇ ਸੋਭਾ ਲੋਕਾਂ ਵਿੱਚ ਸੋਭਾ ਵਡਿਆਈ ਹੈ, ਅਤੇ ਰੂਪਵੰਤ ਜਵਾਨੀ ਕਿ ਮੈਂ ਰੂਪਵੰਤ ਸੁੰਦਰ ਸਰੂਪ ਵਾਲਾ ਹਾਂ। ਇਹ ਅਤਿਆਦਿਕ ਸਮੱਗਰੀ ਸੁੰਦਰ ਸਰੂਪ ਵਾਲੀ ਤੇ ਜਵਾਨੀ ਵਾਲੀ ਇਸਤਰੀ, ਜਿਹੜੀ ਰੂਪਵਾਨ ਇਸਤਰੀ ਆ ਲਿਆਂਦੀ ਹੈ। ਬਹੁਤ ਦਰਬ ਹਸਤੀ ਅਰ ਘੋੜੇ ਲਾਲ ਲਾਖ ਬੈਆਨੀ, ਬਹੁਤ ਬੇਅੰਤ ਦਰਬ ਧਨ ਹਸਤੀ ਹਾਥੀ ਅਰ ਘੋੜੇ ਤੇਰੇ ਕੋਲ ਹਨ, ਕਿਉਂਕਿ ਰਾਜਾ ਹੋਣ ਦੇ ਕਾਰਨ ਤੇਰੇ ਕੋਲੇ ਬਹੁਤ ਧਨ ਹਾਥੀ ਘੋੜੇ ਹਨ, ਅਤੇ ਲਾਲ ਲਾਖ ਬੈਆਨੀ, ਅਤੇ ਤੂੰ ਲੱਖਾਂ ਰੁਪਈਆਂ ਦੇ ਲਾਲ ਵੀ
ਬੈ ਆਨੀ ਮੁੱਲ ਖਰੀਦ ਕੇ ਲਿਆਉਣੇ ਕੀਤੇ ਹਨ। ਆਗੈ ਦਰਗਹਿ ਕਾਮ ਨਾ ਆਵੈ, ਛੋੜ ਚੱਲੈ ਅਭਿਮਾਨੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਪਰ ਅੱਗੇ ਪਰਲੋਕ ਵਿੱਚ ਦਰਗਾਹ ਵਿੱਚ ਇਹ ਤੇਰੇ ਸਭ ਪਦਾਰਥ ਕਿਸੇ ਕੰਮ ਨਹੀਂ ਆਉਣਗੇ, ਜਿਨ੍ਹਾਂ ਦਾ ਤੂੰ ਹੰਕਾਰ ਕਰਦਾ ਹੈ। ਇਹ ਜਿਹੜੇ ਪਦਾਰਥ ਹਨ, ਜਾਂ ਸਰੀਰਾਂ ਦਾ ਹੰਕਾਰ ਕਰਦਾ ਹੈ, ਜਵਾਨੀ ਦਾ ਹੰਕਾਰ ਕਰਦਾ ਹੈ, ਇਹ ਤੇਰੇ ਅੱਗੇ ਦਰਗਾਹ ਵਿੱਚ ਪਰਲੋਕ ਵਿੱਚ ਕਿਸੇ ਕੰਮ ਨਹੀਂ ਆਉਣੇ। ਛੋੜ ਚੱਲੈ ਅਭਿਮਾਨੀ, ਹੇ ਅਭਿਮਾਨੀ ਹੰਕਾਰੀ ਰਾਜਨ, ਇਹ ਸਭ ਕੁਝ ਇੱਥੇ ਹੀ ਛੱਡ ਕੇ ਖਾਲੀ ਚਲਿਆ ਜਾਵੇਗਾ। ਵੱਡੇ ਵੱਡੇ ਅਭਿਮਾਨੀ ਹੰਕਾਰੀ ਸਭ ਕੁਝ ਇੱਥੇ ਹੀ ਛੱਡ ਕੇ ਚਲੇ ਗਏ ਹਨ। ਕਾਹੇ ਏਕ ਬਿਨਾ ਚਿੱਤ ਲਾਈਐ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਰਾਜੇ ਨੂੰ ਕਿ ਕਾਹੇ ਏਕ ਬਿਨਾ ਚਿੱਤ ਲਾਈਐ, ਇਸ ਕਰਕੇ ਏਕ ਇੱਕ ਪਰਮੇਸ਼ਰ ਤੋਂ ਬਗੈਰ ਇਹਨਾਂ ਵਸਤੂਆਂ ਵਿੱਚ ਕਿਉਂ, ਇਹਨਾਂ ਹੋਰਨਾਂ ਪਦਾਰਥਾਂ ਵਿੱਚ ਚਿੱਤ ਮਨ ਨੂੰ ਲਾਉਣਾ ਕਰਦਾ ਹੈ। ਸਗੋਂ ਜਿਹੜਾ ਕੰਮ ਕਰਨਾ ਹੈ ਉਹ ਕਰਦਾ ਨਹੀਂ। ਊਠਤ ਬੈਠਤ ਸੋਭਤ ਜਾਗਤ, ਸਦਾ ਸਦਾ ਹਰ ਧਿਆਈਐ। ਮਹਾਰਾਜ ਜੀ ਕਹਿਣ ਲੱਗੇ, ਹੇ ਰਾਜਨ, ਊਠਤ ਉੱਠਦਿਆਂ, ਬੈਠਤ ਬਹਿੰਦਿਆਂ, ਸੋਭਤ ਸੌਣ ਲੱਗਿਆਂ, ਜਾਗਤ ਜਾਗਦਿਆਂ, ਕਿ ਹਮੇਸ਼ਾ ਹਮੇਸ਼ਾ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ। ਊਠਤ ਬੈਠਤ ਸੋਭਤ ਜਾਗਤ, ਸਦਾ ਸਦਾ ਹਰ ਧਿਆਈਐ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਊਠਤ ਸੰਸਾਰ ਤੋਂ ਉਪਰਾਮ ਹੁੰਦਿਆਂ, ਸਮਾਧੀ ਵਿੱਚ ਬੈਠਤ ਇਸਤਤ ਹੁੰਦਿਆਂ, ਨਿਰਵਿਕਲਪ ਸਮਾਧੀ ਵਿੱਚ ਸੋਭਤ ਸੌਂਦਿਆਂ, ਤੇ ਗਿਆਨ ਅਵਸਥਾ ਵਿੱਚ ਜਾਗਤ ਜਾਗਦਿਆਂ, ਹਮੇਸ਼ਾ ਹਮੇਸ਼ਾ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਕਹਿਣ ਲੱਗੇ, ਮਹਾ ਬਚਿੱਤਰ ਸੁੰਦਰ ਆਖਾੜੇ, ਜੋ ਪੁਰਖ ਬਹੁਤ ਬਚਿੱਤਰ ਅਨੋਖੇ ਸੋਹਣੇ ਅਖਾੜੇ ਪਹਿਲਵਾਨਾਂ ਦੀ ਕੁਸ਼ਤੀ ਦੇ ਮੱਲ ਜੋਧੀ ਭੂਮੀ ਨੂੰ ਦੇਖਦਾ ਹੈ। ਮਹਾ ਬਚਿੱਤਰ ਸੁੰਦਰ ਅਖਾੜੇ, ਕਿ ਜੋ ਪੁਰਸ਼ ਜੋ ਜੀਵ ਬਹੁਤ ਅਨੋਖੇ ਸੋਹਣੇ ਅਖਾੜੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਮੱਲ ਯੁੱਧ ਦੀ ਭੂਮੀ ਨੂੰ ਵੇਖਦਾ ਹੈ। ਰਣ ਮੈਂ ਜਿੱਤੇ ਪਵਾੜੇ, ਅਤੇ ਰਣ ਜੰਗ ਦੇ ਮੈਦਾਨ ਵਿੱਚ ਪਵਾੜੇ ਝਗੜਿਆਂ ਜਾਂ ਯੁੱਧ ਨੂੰ ਜਿੱਤਣਾ ਕਰਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਹਉ ਮਾਰੋ ਹਉ ਬੰਧੋ ਛੋਡੋ, ਮੁਖ ਤੇ ਏਬ ਬਵਾੜੇ, ਕਿ ਹੰਕਾਰ ਵਿੱਚ ਆਪਣੇ ਮੁਖ ਮੂੰਹ ਤੇ ਏਬ ਇਸ ਪ੍ਰਕਾਰ ਬਵਾੜੇ ਬਕਦਾ ਹੈ ਕਿ ਮੈਂ ਬੜਾ ਕੁਝ ਜਿੱਤ ਲੈਣਾ ਕੀਤਾ ਹੈ, ਕਿ ਮੈਂ ਸਭ ਕੁਝ ਮਾਰ ਸਕਦਾ ਹਾਂ, ਮੈਂ ਜਿਸ ਨੂੰ ਮਰਜ਼ੀ ਬੰਨ੍ਹ ਸਕਦਾ ਹਾਂ। ਮਹਾਰਾਜ ਜੀ ਕਹਿਣ ਲੱਗੇ, ਹੇ ਰਾਜਨ, ਜੇ ਤੂੰ ਸੋਚਦਾ ਹੈ ਕਿ ਮੈਂ ਸਭ ਨੂੰ ਮਾਰ ਸਕਦਾ ਹਾਂ ਤੇ ਮੈਂ ਜਿਸ ਨੂੰ ਮਰਜ਼ੀ ਬੰਨ੍ਹ ਸਕਦਾ ਹਾਂ ਰਾਜਾ ਹੋਣ ਕਰਕੇ, ਅਤੇ ਜਿਸ ਨੂੰ ਮਰਜ਼ੀ ਛੱਡ ਸਕਦਾ ਹਾਂ, ਪਰੰਤੂ ਆਇਆ ਹੁਕਮ ਪਾਰ ਬ੍ਰਹਮ ਕਾ, ਛੋੜ ਚੱਲਿਆ ਏਕ ਦਿਹਾੜੇ। ਮਹਾਰਾਜ ਜੀ ਕਹਿਣ ਲੱਗੇ, ਜਦੋਂ ਪਾਰ ਬ੍ਰਹਮ ਪਰਮੇਸ਼ਰ ਦਾ ਹੁਕਮ ਫਰਮਾਨ ਆਇਆ, ਤਾਦ ਇੱਕ ਦਿਹਾੜੇ ਇੱਕ ਦਿਨ ਵਿੱਚ ਹੀ ਸਭ ਕੁਝ ਛੱਡ ਕੇ ਚਲਿਆ ਜਾਏਗਾ। ਆਇਆ ਹੁਕਮ ਪਾਰ ਬ੍ਰਹਮ ਕਾ, ਛੋੜ ਚੱਲਿਆ ਏਕ ਦਿਹਾੜੇ। ਮਹਾਰਾਜ ਜੀ ਕਹਿਣ ਲੱਗੇ, ਜਦੋਂ ਪਰਮੇਸ਼ਰ ਦਾ ਹੁਕਮ ਫਰਮਾਨ ਆ ਗਿਆ, ਤਦ ਇੱਕ ਦਿਹਾੜੇ ਇੱਕ ਦਿਨ ਵਿੱਚ ਸਭ ਕੁਝ ਛੱਡ ਕੇ ਚਲਿਆ ਜਾਏਗਾ। ਕਰਮ ਧਰਮ ਜੁਗਤ ਬਹੁ ਕਰਤਾ, ਕਰਣੈ ਹਾਰ ਨਾ ਜਾਣੈ। ਕਰਮ ਧਰਮ ਜੁਗਤ ਬਹੁ ਕਰਤਾ, ਬਹੁਤ ਅਨੇਕ ਤਰ੍ਹਾਂ ਦੇ ਕਰਮ ਧਰਮ ਜਗ ਪੁੰਨ ਆਦਿਕ ਜੁਗਤੀਆਂ ਕਰਦਾ ਹੈ, ਪਰ ਕਰਣੈ ਹਾਰ ਨਾ ਜਾਣੈ। ਪਰ ਕਰਣੈ ਹਾਰ ਰਚਨਹਾਰ ਪਰਮੇਸ਼ਰ ਨੂੰ ਜਾਣਦਾ ਹੀ ਨਹੀਂ ਹੈ।
ਉਪਦੇਸ ਕਰੈ ਆਪ ਨਾ ਕਮਾਵੈ, ਤਤ ਨਾ ਤਤ ਸ਼ਬਦ ਨਾ ਪਛਾਨੈ। ਕਹਿਣ ਲੱਗੇ, ਹੇ ਰਾਜਨ, ਦੁਨੀਆ ਤਾਈਂ ਗਿਆਨ ਬਣ ਕੇ ਉਪਦੇਸ਼ ਸਿੱਖਿਆ ਦੇਣਾ ਕਰਦਾ ਹੈ, ਪਰੰਤੂ ਆਪ ਪਰਮੇਸ਼ਰ ਦੇ ਨਾਮ ਤਾਈਂ ਕਮਾਉਂਦਾ ਨਹੀਂ ਹੈ, ਅਤੇ ਤਤ ਸ਼ਬਦ ਨਾ ਪਛਾਨੈ, ਅਤੇ ਨਾ ਹੀ ਤਤ ਸਾਰ ਰੂਪ ਸ਼ਬਦ ਬ੍ਰਹਮ ਪਰਮੇਸ਼ਰ ਨੂੰ ਪਛਾਨਣਾ ਕਰਦਾ ਹੈ। ਨਾਂਗਾ ਆਇਆ ਨਾਂਗੋ ਜਾਸੀ, ਜਿਉ ਹਸਤੀ ਖਾਕ ਛਾਨੈ। ਕਹਿਣ ਲੱਗੇ, ਹੇ ਰਾਜਨ, ਨਾਂਗਾ ਆਇਆ ਨਾਂਗੋ ਜਾਸੀ, ਜਿਉ ਹਸਤੀ ਖਾਕ ਛਾਨੈ, ਕਿ ਇਸ ਸੰਸਾਰ ਵਿੱਚ ਜੀਵ ਨਾਂਗਾ ਨੰਗਾ ਹੀ ਆਇਆ ਹੈ, ਤੇ ਅੰਤ ਨੂੰ ਨਾਂਗੋ ਨੰਗਾ ਹੀ ਪਰਲੋਕ ਨੂੰ ਜਾਸੀ ਜਾਵੇਗਾ। ਇਸ ਦੇ ਕੀਤੇ ਹੋਏ ਸਾਰੇ ਕਰਮ ਧਰਮ ਇਉਂ ਨਿਸਫਲ ਹਨ। ਜਿਹੜੇ ਇੱਥੇ ਇਹ ਕਰਮ ਧਰਮ ਕਰਦਾ ਹੈ ਨਾਮ ਜਪਣ ਤੋਂ ਬਿਨਾ, ਜਿਉਂ ਹਸਤੀ ਖਾਕ ਛਾਨੈ, ਜਿਵੇਂ ਹਸਤੀ ਹਾਥੀ ਨਹਾ ਕੇ ਬਾਅਦ ਵਿੱਚ ਆਪਣੇ ਸੁੰਡ ਨਾਲ ਆਪਣੇ ਸਿਰ ਉੱਪਰ ਖਾਕ ਮਿੱਟੀ ਖੇ ਚੁਣ ਕੇ ਪਾ ਲੈਂਦਾ ਹੈ, ਇਉਂ ਇਹ ਜੀਵ ਹਾਥੀ ਦੇ ਨਹਾਉਣ ਦੀ ਨਿਆਈ ਚੰਗੇ ਕਰਮ ਤਾਂ ਕਰਦੇ ਹਨ, ਪਰ ਮਗਰੋਂ ਹੰਕਾਰ ਕਰਕੇ ਸਿਰ ਪਰ ਸੁਆਹ ਪਾ ਲੈਂਦੇ ਹਨ, ਜਿਵੇਂ ਹਾਥੀ ਨਹਾ ਕੇ ਆਪਣੇ ਉੱਤੇ ਸੁਆਹ ਪਾ ਲੈਂਦਾ ਹੈ। ਤੀਰਥ ਵਰਤ ਅਰਦਾਨ ਕਰ, ਬੜਾ ਕੁਝ ਕਰਦਾ ਹੈ, ਤੀਰਥਾਂ ਤੇ ਨਹਾਉਂਦਾ ਹੈ, ਵਰਤ ਰੱਖਦਾ ਹੈ, ਅਰਦਾਨ ਕਰ, ਦਾਨ ਕਰਦਾ ਹੈ। ਮਨ ਮੈਂ ਧਰੈ ਗਮਾਨ, ਮਨ ਦੇ ਵਿੱਚ ਹੰਕਾਰ ਕਰ ਲੈਂਦਾ ਹੈ ਕਿ ਮੈਂ ਬੜਾ ਤੀਰਥਾਂ ਤੇ ਨਹਾਉਂਦਾ ਹਾਂ, ਵਰਤ ਰੱਖੇ ਹਨ, ਬੜਾ ਕੁਝ ਦਾਨ ਕੀਤਾ ਹੈ। ਜਦੋਂ ਮਨ ਮੈਂ ਧਰੈ ਗਮਾਨ, ਮਨ ਦੇ ਵਿੱਚ ਹੰਕਾਰ ਕਰ ਲੈਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਨਾਨਕ ਨੇ ਫਲ ਜਾਤ ਤਿਹ, ਜਿਉ ਕੁੰਚਰ ਇਸ਼ਨਾਨ। ਗੁਰੂ ਸਾਹਿਬ ਜੀ ਕਹਿਣ ਲੱਗੇ, ਇਹ ਸਾਰਾ ਕੁਝ ਨਿਹਫਲ ਜਾਂਦਾ ਹੈ ਤੇਰਾ। ਜਿਵੇਂ ਕੁੰਚਰ ਹਾਥੀ ਨਹਾ ਕੇ ਸਿਰ ਤੇ ਸੁਆਹ ਪਾ ਲੈਂਦਾ ਹੈ, ਮਿੱਟੀ ਪਾ ਲੈਂਦਾ ਹੈ, ਸਾਰੇ ਕਰਮ ਧਰਮ ਤੇਰੇ ਕੀਤੇ ਹੋਏ ਨਿਸਫਲ ਚਲੇ ਜਾਂਦੇ ਹਨ। ਸੰਤ ਸੱਜਣ ਸੁਨੋ ਸਭ ਮੀਤਾ, ਝੂਠਾ ਇਹੋ ਪਸਾਰਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਸੰਤ ਜਨੋ, ਹੇ ਮਹਾਤਮਾ ਜਨੋ, ਸੁਣਨਾ ਕਰੋ ਕਿ ਹੇ ਪੁਰਸ਼ੋ ਅਤੇ ਸਤ ਸੰਤੋਖ ਗੁਣਾ ਨੂੰ ਧਾਰਨ ਕਰਨ ਵਾਲੇ ਮੀਤਾ ਮਿੱਤਰੋ, ਤੁਸੀਂ ਸਾਰੇ ਸੁਣਨਾ ਕਰੋ ਕਿ ਇਹ ਜਗਤ ਦਾ ਪਸਾਰਾ, ਜਗਤ ਦਾ ਫੈਲਾਅ, ਜਗਤ ਦਾ ਵਿਸਤਾਰ ਸਾਰਾ ਝੂਠਾ ਮਿਥਿਆ ਹੈ। ਸੰਤ ਸੱਜਣ ਸੁਨੋ ਸਭ ਮੀਤਾ, ਝੂਠਾ ਇਹੋ ਪਸਾਰਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਸੰਤ ਸਾਤ ਸਰੂਪ, ਸਰਾਵਣ ਮੰਨਣ ਕਰਨ ਵਾਲੇ ਸੱਜਣ ਭਲੇ ਪੁਰਸ਼ੋ ਅਤੇ ਸਤ ਸੰਤੋਖ ਆਦਿਕ ਗੁਣਾਂ ਨੂੰ ਧਾਰਨ ਵਾਲੇ ਮਿੱਤਰੋ, ਤੁਸੀਂ ਸਾਰੇ ਸੁਣਨਾ ਕਰੋ ਕਿ ਇਹ ਜਗਤ, ਇਹ ਸੰਸਾਰ ਹੈ ਜਿਹੜਾ, ਇਹ ਝੂਠਾ ਹੈ। ਇੱਕ ਦਿਨ ਇਸ ਨੇ ਚਲਿਆ ਜਾਣਾ ਹੈ ਕਿ ਇਸ ਦੇ ਵਿੱਚ ਜੀਵ ਐਵੇਂ ਹੀ ਕਰਦੇ ਹਨ ਕਿ ਮੇਰੀ ਮੇਰੀ ਕਰ ਕਰ ਡੂਬੇ, ਖਪ ਖਪ ਮੂਏ ਗਵਾਰਾ। ਕਿ ਜਿਹੜੇ ਮੇਰੀ ਜਾਰ ਮੇਰੀ ਜ਼ਮੀਨ ਕਰਕੇ ਸੰਸਾਰ ਸਮੁੰਦਰ ਵਿੱਚ ਡੁੱਬੇ ਹੋਏ ਹਨ। ਮੇਰੀ ਮੇਰੀ ਕੈਰੋਂ ਕਰਤੇ ਦਰਜੋਧਨ ਸੇ ਭਾਈ, 12 ਜੋਜਨ ਛਤਰ ਚੱਲੈ ਥਾ ਦੇਹੀ ਗਿਰਜ ਨਾ ਖਾਈ। ਕਿ ਜਿਹੜੇ ਮੇਰੀ ਮੇਰੀ ਕਰਦੇ ਹਨ ਕਿ ਮੇਰੀ ਜ਼ਮੀਨ ਮੇਰੀ ਜੋਰੂ, ਇਹ ਕਰਕੇ ਸੰਸਾਰ ਸਮੁੰਦਰ ਵਿੱਚ ਡੁੱਬੇ ਹੋਏ ਹਨ, ਉਹ ਖਪ ਖਪ ਮੂਏ ਗਵਾਰਾ, ਉਹ ਗਵਾਰਾ ਬੇਸਮਝ ਮੂਰਖ ਜੀਵ ਪਦਾਰਥਾਂ ਵਿੱਚ ਖਪ ਖਪ ਖਚਤ ਖਚਤ ਹੋ ਕੇ ਮੂਏ ਮਰ ਗਏ ਹਨ। ਗੁਰ ਮਿਲ ਨਾਨਕ ਨਾਮ ਧਿਆਇਆ, ਗੁਰ ਮਿਲ ਨਾਨਕ ਨਾਮ ਧਿਆਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਇਸ ਲਈ ਗੁਰਾਂ ਨਾਲ ਮਿਲ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋ।
ਨਾਮ ਨੂੰ ਧਿਆਉਣੇ ਕਰਕੇ ਸਾਚ ਨਾਮ ਨਿਸਤਾਰਾ। ਸੱਚੇ ਪਰਮੇਸ਼ਰ ਦੇ ਨਾਮ ਕਰਕੇ ਹੀ ਜਗਤ ਤੋਂ ਨਿਸਤਾਰਾ ਤਰਨਾ ਹੁੰਦਾ ਹੈ ਕਿ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਗੁਰੂ ਨੂੰ ਮਿਲ ਕੇ ਤੇ ਪਰਮੇਸ਼ਰ ਦਾ ਨਾਮ ਜਪ ਕੇ ਇਸ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਪੂਰੇ ਗੁਰੂ ਨੂੰ ਮਿਲ ਕੇ ਪਰਮੇਸ਼ਰ ਦੇ ਨਾਲ ਮਿਲ ਕੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਨਾਮ ਜਪਣ ਕਰਕੇ ਜਗਤ ਤੋਂ ਨਿਸਤਾਰਾ ਤਰਨਾ ਹੁੰਦਾ ਹੈ, ਤਰ ਜਾਈਦਾ ਹੈ। ਰਾਗ ਆਸਾ ਮਹੱਲਾ ਰਾਗ ਆਸਾ ਘਰ ਪੰਜਵਾ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭ੍ਰਮ ਮੈਂ ਸੋਈ ਸਾਗਲ ਜਗਤ ਅੰਧ ਧੰਦ ਕੋ ਜਾਗੈ ਹਰ ਜਨ। ਮਹਾ ਮੋਹਨੀ ਮਗਨ ਪਿਰ ਪ੍ਰੀਤ ਪ੍ਰਾਨ ਕੋ ਤਿਆਗੈ ਬਿਰਲਾ। ਚਰਨ ਕਮਲ ਅਨੂਪ ਹਰ ਸੰਤ ਮੰਤ ਕੋ ਲਾਗੈ ਸਾਧੂ। ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਬੜ ਭਾਗੇ ਕਿਰਪਾ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਗ ਆਸਾ। ਆਸਾ ਰਾਗ ਦੇ ਅੰਦਰ ਪੰਜਵੇਂ ਸੁਰਤਾਲ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਭ੍ਰਮ ਮੈਂ ਸੋਈ ਸਾਗਲ ਜਗਤ ਧੰਦ ਅੰਧ। ਕਿ ਸਾਗਲ ਸਾਰੇ ਜਗਤ ਸੰਸਾਰ ਦੇ ਜੀਵਾਂ ਦੀ ਧੰਦ ਧੰਦਿਆਂ ਵਿੱਚ ਅੰਧ ਅੰਨੇ ਹੋਇਆਂ ਦੀ ਬਿਰਤੀ ਬੁੱਧੀ ਭਰਮ ਸੰਸਿਆ ਕਰਕੇ ਅਵਿਦਿਆ ਰੂਪੀ ਨੀਂਦ ਵਿੱਚ ਸੁੱਤੀ ਪਈ ਹੈ। ਕੋ ਜਾਗੈ ਹਰ ਜਨ। ਕੋਈ ਬਿਰਲਾ ਹੀ ਪਰਮੇਸ਼ਰ ਦਾ ਸੇਵਕ ਗਿਆਨ ਅਵਸਥਾ ਵਿੱਚ ਜਾਗਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਭਰਮ ਮੈਂ ਸੋਈ ਸਗਲ ਜਗਤ ਧੰਦ ਅੰਧ। ਕਿ ਸਾਰੇ ਜਗਤ ਸਾਰੇ ਸੰਸਾਰ ਦੇ ਜੀਵਾਂ ਦੀ ਧੰਦਿਆਂ ਵਿੱਚ ਕੰਮਾਂ ਵਿੱਚ ਅੰਨੇ ਹੋਇਆਂ ਦੀ ਬਿਰਤੀ ਸੰਸਿਆ ਕਰਕੇ ਅਵਿਦਿਆ ਰੂਪੀ ਨੀਂਦ ਵਿੱਚ ਸੁੱਤੀ ਪਈ ਹੈ। ਕੋ ਜਾਗੈ ਹਰ ਜਨ। ਪਰ ਕੋਈ ਬਿਰਲਾ ਹੀ ਪਰਮੇਸ਼ਰ ਦਾ ਸੇਵਕ ਗਿਆਨ ਅਵਸਥਾ ਵਿੱਚ ਜਾਗਦਾ ਹੈ। ਜੋ ਗੁਰੂ ਦੀ ਬਾਣੀ ਦਾ ਗਿਆਨ ਹੈ ਉਸ ਗਿਆਨ ਨੂੰ ਅੰਦਰ ਧਾਰ ਕੇ ਪਰਮੇਸ਼ਰ ਦਾ ਨਾਮ ਕੋਈ ਬਿਰਲਾ ਹੀ ਜਪਦਾ ਹੈ। ਕੋਟਨ ਮੈਂ ਕੋ ਨਾਰਾਇਣ ਜੇ ਚੀਤ। ਕਿ ਬਿਰਲਾ ਹੀ ਹੈ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਮਹਾਰਾਜ ਜੀ ਕਹਿਣ ਲੱਗੇ ਮਹਾ ਮੋਹਨੀ ਮਗਨ ਪਿਰ ਪ੍ਰੀਤ ਪ੍ਰਾਨ ਕੋ ਤਿਆਗੈ ਬਿਰਲਾ। ਕਿ ਸੰਸਾਰੀ ਜੀਵ ਪ੍ਰਾਣਾਂ ਨਾਲੋਂ ਵੀ ਪਿਆਰੀ ਜਾਣ ਕੇ ਵੱਡੀ ਮੋਹਣੀ ਮੋਹ ਲੈਣ ਵਾਲੀ ਮਾਇਆ ਵਿੱਚ ਪ੍ਰੀਤੀ ਲਗਾ ਕੇ ਮਸਤ ਹੋਏ ਪਏ ਹਨ। ਮਹਾ ਮੋਹਨੀ ਮਗਨ ਪਿਰ ਪ੍ਰੀਤ ਪ੍ਰਾਨ। ਕਿ ਸੰਸਾਰੀ ਜੀਵ ਪ੍ਰਾਣਾਂ ਨਾਲੋਂ ਸਵਾਸਾਂ ਨਾਲੋਂ ਵੀ ਪਿਆਰੀ ਜਾਣ ਕੇ ਮਹਾ ਮੋਹਣੀ ਵੱਡੀ ਮੋਹ ਲੈਣ ਵਾਲੀ ਮਾਇਆ ਵਿੱਚ ਪ੍ਰੀਤੀ ਲਾ ਕੇ ਮਗਨ ਮਸਤ ਹੋਏ ਪਏ ਹਨ। ਪਰਮੇਸ਼ਰ ਨੂੰ ਨਹੀਂ ਯਾਦ ਕਰਦੇ ਪਰ ਮਾਇਆ ਦੇ ਵਿੱਚ ਮਸਤ ਹੋ ਕੇ ਮਾਇਆ ਦੇ ਵਿੱਚ ਪ੍ਰੀਤੀ ਲਾ ਕੇ ਮਗਨ ਹੋਏ ਪਏ ਹਨ। ਕੋ ਤਿਆਗੈ ਬਿਰਲਾ। ਕੋਈ ਬਿਰਲਾ ਟਾਵਾਂ ਗੁਰਮੁਖ ਜਨ ਇਸ ਮਾਇਆ ਨੂੰ ਤਿਆਗੈ ਛੱਡਦਾ ਹੈ। ਮਾਇਆ ਰੁਪਈਏ ਨਹੀਂ ਹਨ। ਮਾਇਆ ਮੋਹ ਹੈ। ਮਾਇਆ ਉਹ ਚੀਜ਼ ਹੈ ਜਿਸ ਦੇ ਨਾਲ ਪਰਮੇਸ਼ਰ ਭੁੱਲ ਜਾਈਦਾ ਹੈ।
ਪਰਮੇਸ਼ਰ ਨੂੰ ਜੋ ਚੀਜ਼ ਭੁਲਾਉਂਦੀ ਹੈ ਉਹ ਮਾਇਆ ਹੈ। ਚਾਹੇ ਕੁਝ ਵੀ ਹੋਵੇ, ਜਿਸ ਦੇ ਨਾਲ ਮੋਹ ਪੈਣ 'ਤੇ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ ਉਹ ਮਾਇਆ ਹੈ। ਮਹਾਰਾਜ ਜੀ ਅੱਗੇ ਕਹਿਣ ਲੱਗੇ, ਚਰਨ ਕਮਲ ਅਨੂਪ ਹਰ ਸੰਤ ਮੰਤ ਕੋ ਲਾਗੈ ਸਾਧੂ। ਪਰਮੇਸ਼ਰ ਦੇ ਚਰਨ ਕਮਲ ਬਤ ਨਿਰਮਲ ਅਤੇ ਅਨੂਪ ਉਪਮਾ ਤੋਂ ਰਹਿਤ ਹਨ। ਚਰਨ ਕਮਲ ਅਨੂਪ ਹਰ ਸੰਤ ਮੰਤ ਕੋ ਲਾਗੈ ਸਾਧੂ, ਕਿ ਪਰਮੇਸ਼ਰ ਅਕਾਲ ਪੁਰਖ ਦੇ ਚਰਨ ਕਮਲ ਬਤ ਨਿਰਮਲ ਅਤੇ ਅਨੂਪ ਉਪਮਾ ਤੋਂ ਰਹਿਤ ਹਨ। ਉਹਨਾਂ ਚਰਨਾਂ ਵਿੱਚ ਹਰੀ ਦੇ ਸੰਤ ਸਾਤ ਚਿੱਤ ਭਗਤ ਜਨਾਂ ਕੋਲੋਂ ਮੰਤ ਮੰਤਰ ਉਪਦੇਸ਼ ਲੈ ਕੇ ਕੋਈ ਵਿਰਲਾ ਸ੍ਰੇਸ਼ਟ ਜਗਿਆਸੂ ਜਨ ਹੀ ਲੱਗਦਾ ਹੈ। ਜੋ ਮੰਤਰ ਹੈ ਕੋਈ ਬਿਰਲਾ ਹੀ ਉਹ ਮੰਤਰ ਨੂੰ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਕਿ ਜਿਹੜਾ ਕੋਈ ਗੁਰੂ ਦੇ ਦਿੱਤੇ ਹੋਏ ਮੰਤਰ ਨੂੰ ਵਾਹਿਗੁਰੂ ਵਾਹਿਗੁਰੂ ਨੂੰ ਉਚਾਰਦਾ ਹੈ ਉਹ ਸ੍ਰੇਸ਼ਟ ਜਨ ਕੋਈ ਬਿਰਲਾ ਹੀ ਹੈ। ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ, ਬੜ ਭਾਗੇ ਕਿਰਪਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜੋ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਕਰਦੇ ਹਨ ਜਾਂ ਗੁਰੂ ਦੀ ਸੰਗਤ ਕਰਦੇ ਹਨ ਉਹ ਗਿਆਨ ਦੇ ਰੰਗ ਗਿਆਨ ਦੇ ਆਨੰਦ ਵਿੱਚ ਜਾਗਦੇ ਹਨ। ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਜੋ ਸਾਧੂ ਸ੍ਰੇਸ਼ਟ ਜਨਾਂ ਦੀ ਗੁਰੂ ਦੀ ਸੰਗਤ ਕਰਕੇ ਉਹ ਗਿਆਨ ਆਨੰਦ ਵਿੱਚ ਜਾਗਦੇ ਹਨ, ਬੜ ਭਾਗੇ, ਉਹੀ ਬੜ ਭਾਗੇ ਵੱਡਿਆਂ ਭਾਗਾਂ ਵਾਲੇ ਹਨ ਅਤੇ ਉਹਨਾਂ 'ਤੇ ਹੀ ਕਿਰਪਾ ਪਰਮੇਸ਼ਰ ਦੀ ਕਿਰਪਾ ਪਰਮੇਸ਼ਰ ਦੀ ਮਿਹਰ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਘਰ ਸੇਮਾ ਮਹੱਲਾ ਪੰਜਵਾ। ਜੋ ਤਿਤ ਭਾਵੈ ਸੋ ਪਰਵਾਨਾ, ਸੂਖ ਸਹਿਜ ਮਨ ਸੋਈ। ਕਰਨ ਕਾਰਨ ਸਮਰੱਥ ਅਪਾਰਾ, ਆਵਰ ਨਾਹੀ ਰੇ ਕੋਈ। ਤੇਰੇ ਜਨ ਰਸਕ ਰਸਕ ਗੁਣ ਗਾਵੇ, ਮਸਲਤ ਮਤਾ ਸਿਆਣਪ ਜਨ ਕੀ। ਜੋ ਤੂੰ ਕਰਹਿ ਕਰਾਵਹਿ ਰਹਾਉ, ਅੰਮ੍ਰਿਤ ਨਾਮ ਤੁਮਾਰਾ ਪਿਆਰੇ। ਸਾਧ ਸੰਗ ਰਸ ਪਾਇਆ, ਤ੍ਰਿਪਤ ਅਗਾਏ ਸੇਈ ਜਨ ਪੂਰੇ। ਸੁਖ ਨਿਧਾਨ ਹਰ ਪਾ ਗਾਇਆ, ਜਾਂ ਕੋ ਟੇਕ ਤੁਮਾਰੀ ਸੁਆਮੀ। ਤਾਂ ਕੋ ਨਾਹੀ ਚਿੰਤਾ, ਜਾਂ ਕੋ ਦਇਆ ਤੁਮਾਰੀ ਹੋਈ। ਸੇ ਸਹਾ ਭਲੇ ਭਗਵੰਤਾ, ਭਰਮ ਮੋਹ ਧਰੋ ਸਭ ਨਿਕਸੇ। ਜਬ ਕਾ ਦਰਸ਼ਨ ਪਾਇਆ, ਬਰਤਨ ਨਾਮ ਨਾਨਕ ਸਚ ਕੀਨਾ। ਹਰ ਨਾਮੇ ਰੰਗ ਸਮਾਇਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਵਿੱਚ ਭਾਣਾ ਮੰਨਣ ਦੀ ਬਾਬਤ ਦੱਸਦੇ ਹਨ ਕਿ ਉਸ ਪਰਮੇਸ਼ਰ ਦਾ ਭਾਣਾ, ਉਸ ਪਰਮੇਸ਼ਰ ਦਾ ਹੁਕਮ ਮੰਨਣਾ ਚਾਹੀਦਾ ਹੈ। ਜਿਵੇਂ ਵੇਦਾਂਤੀਆਂ ਨੇ ਜੀਵਨ ਮੁਕਤੀ ਦਾ ਰਸਤਾ, ਤੱਤ ਸਰੂਪ ਦਾ ਗਿਆਨ, ਮਨ ਦਾ ਨਾਸ, ਵਾਸਨਾ ਦੇ ਖੈ ਹੋ ਜਾਣ ਨੂੰ ਮੰਨਿਆ ਹੈ, ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਭਾਣਾ ਮੰਨਣਾ, ਨਾਮ ਜਪਣਾ ਅਤੇ ਹਉਮੈ ਛੱਡਣੀ, ਇਹਨਾਂ ਤਿੰਨਾਂ ਕਰਕੇ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਤਿੰਨ ਗੱਲਾਂ ਮੰਨਣ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਪਹਿਲਾ ਭਾਣਾ ਮੰਨਣਾ ਉਸ ਪਰਮੇਸ਼ਰ ਦਾ, ਅਕਾਲ ਪੁਰਖ ਦਾ। ਉਸ ਤੋਂ ਬਾਅਦ ਨਾਮ ਜਪਣਾ, ਉਸ ਤੋਂ ਬਾਅਦ ਹਉਮੈ ਛੱਡਣੀ, ਜਿਹੜੀ ਹੰਕਾਰ ਹੈ ਇਹ ਛੱਡ ਦੇਣਾ। ਇਹਨਾਂ ਤਿੰਨਾਂ ਕਰਕੇ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰੂ ਜੀ ਰਜਾ ਵਿੱਚ ਚੱਲਣ ਲਈ ਕਹਿੰਦੇ ਹਨ।
ਇਹ ਪਾਵਨ ਸ਼ਬਦ ਉਚਾਰਦੇ ਹਨ। ਰਾਗ ਆਸਾ ਕਰ ਸੇਮਾ ਮਹੱਲਾ ਪੰਜਵਾ। ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ, ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਆਸਾ ਰਾਗ ਦੇ 6ਵੇਂ ਸਰਤਾਲ ਵਿੱਚ 5ਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਜੋ ਤੁਧ ਭਾਵੈ, ਹੇ ਪਰਮੇਸ਼ਰ, ਜਿਹੜਾ ਕੁਝ ਤੁਹਾਨੂੰ ਭਾਵੈ ਭਾਉਂਦਾ ਹੈ, ਸੋ ਪਰਵਾਨਾ ਉਹ ਸਾਨੂੰ ਪਰਵਾਨਾ ਪਰਵਾਨ ਏਕ ਹੈ। ਸੁਖ ਸਹਿਜ ਮਨ ਸੋਈ, ਸਾਡੇ ਤਾਂ ਮਨ ਸਾਡੇ ਤਾਂ ਹਿਰਦੇ ਵਿੱਚ ਸੋਈ ਉਹੀ ਸੁਖ ਸੁਭਾਵਕ ਸੁਖ ਅਚੁੱਤ ਸੁਖ ਹੈ, ਜੋ ਤੁਹਾਨੂੰ ਭਾਉਂਦਾ ਹੈ। ਸਾਨੂੰ ਮਹਾਰਾਜ ਜੀ ਕਹਿਣ ਲੱਗੇ, ਉਹੀ ਪਰਵਾਨ ਏਕ ਹੈ, ਕਰਨ ਕਾਰਨ ਸਮਰੱਥ ਅਪਾਰਾ। ਹੇ ਮਹਾਰਾਜ, ਤੁਸੀਂ ਕਰਨ ਕਾਰਨ ਸਾਰੇ ਕਾਰਜਾਂ ਦੇ ਕਰਨ ਵਾਲੇ, ਸਮਰੱਥ ਸਰਬ ਸ਼ਕਤੀਵਾਨ ਅਤੇ ਅਪਾਰਾ ਪਾਰਾਵਾਰ ਤੋਂ ਰਹਿਤ ਹੋ। ਆਵਰ ਨਾਹੀ ਰੇ ਕੋਈ। ਮਹਾਰਾਜ ਜੀ, ਤੁਹਾਡੇ ਤੋਂ ਬਿਨਾਂ ਆਵਰ ਹੋਰ ਕੋਈ ਸਾਡਾ ਆਸਰਾ ਨਹੀਂ ਹੈ। ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਇਸੇ ਤਰ੍ਹਾਂ ਹੀ ਭਾਣਾ ਮੰਨਣਾ ਚਾਹੀਦਾ ਹੈ, ਹੁਕਮ ਮੰਨਣਾ ਚਾਹੀਦਾ ਹੈ, ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ। ਜੋ ਤੁਧ ਭਾਵੈ ਸੋ ਪਰਵਾਨਾ, ਸੂਖ ਸਹਿਜ ਮਨ ਸੋਈ, ਕਰਨ ਕਾਰਨ ਸਮਰੱਥ ਅਪਾਰਾ, ਅਵਰ ਨਾਹੀ ਰੇ ਕੋਈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਮਹਾਰਾਜ, ਜਿਹੜਾ ਕੁਝ ਤੁਹਾਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹ ਸਾਨੂੰ ਪਰਵਾਨ ਏਕ ਹੈ। ਸਾਡੇ ਤਾਂ ਹਿਰਦੇ ਵਿੱਚ ਉਹੀ ਸੁਖ ਸੁਭਾਵਕ ਅਚੁੱਤ ਸੁਖ ਹੈ। ਕਿ ਕਰਨ ਕਾਰਨ ਸਮਰੱਥ ਅਪਾਰਾ, ਅਵਰ ਨਾਹੀ ਰੇ ਕੋਈ। ਹੇ ਮਹਾਰਾਜ, ਤੁਸੀਂ ਕਰਨ ਕਾਰਨ ਸਾਰੇ ਕਾਰਜਾਂ ਦੇ ਕਰਨ ਵਾਲੇ, ਸਮਰੱਥ ਸਰਬ ਸ਼ਕਤੀਵਾਨ ਅਤੇ ਪਾਰਾਵਾਰ ਤੋਂ ਰਹਿਤ ਹੋ। ਆਵਰ ਨਾਹੀ ਰੇ ਕੋਈ। ਤੁਹਾਡੇ ਤੋਂ ਬਿਨਾਂ ਆਵਰ ਹੋਰ ਕੋਈ ਸਾਡਾ ਆਸਰਾ, ਸਾਡਾ ਸਹਾਰਾ ਨਹੀਂ ਹੈ। ਤੇਰੇ ਜਨ ਰਸਕ ਰਸਕ ਗੁਣ ਗਾਵੇ। ਹੇ ਮਹਾਰਾਜ, ਤੁਹਾਡੇ ਜਨ, ਤੁਹਾਡੇ ਸੇਵਕ ਚਿੱਤ ਨੂੰ ਰਸਾ ਰਸਾ ਕੇ, ਰਸਕ ਰਸਕ ਕੇ, ਰਸ ਲੈ ਲੈ ਕੇ ਆਪ ਦੇ ਗੁਣਾਂ ਨੂੰ ਗਾਉਂਦੇ ਹਨ। ਮਹਾਰਾਜ, ਮਸਲਤ ਮਤਾ ਸਿਆਣਪ ਜਨ ਕੀ, ਜੋ ਤੂੰ ਕਰਹਿ ਕਰਾਵਹਿ ਰਹਾਉ। ਕਿ ਹੇ ਮਹਾਰਾਜ, ਸਾਡੇ ਜਨ, ਸਾਡੇ ਦਾਸਾਂ ਦੀ ਤਾਂ ਮਸਲਤ, ਨੇਕ ਸਲਾਹ, ਇਰਾਦਾ, ਮਸਵਰਾ ਅਤੇ ਬੁੱਧ ਦੀ ਸਿਆਣਪ ਚਤਰਾਈ ਤੂੰਿਓ ਹੀ ਹੋ। ਕਿ ਤੂੰ ਹੀ ਹੋ। ਜਿਹੜਾ ਕੁਝ ਵੀ ਤੁਸੀਂ ਕਰਦੇ ਹੋ, ਜੋ ਤੂੰ ਕਰਹਿ ਕਰਾਵਹਿ, ਜਿਹੜਾ ਕੁਝ ਤੁਸੀਂ ਕਰਦੇ ਅਤੇ ਕਰਾਉਂਦੇ ਹੋ, ਸਾਨੂੰ ਉਹੀ ਪ੍ਰਵਾਨ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਅੰਮ੍ਰਿਤ ਨਾਮ ਤੁਮਾਰਾ ਪਿਆਰੇ, ਸਾਧ ਸੰਗ ਰਸ ਪਾਇਆ। ਹੇ ਮੇਰੇ ਪਿਆਰੇ ਪਰਮੇਸ਼ਰ, ਤੁਹਾਡਾ ਨਾਮ ਅੰਮ੍ਰਿਤ ਮਿਰਤੂ ਤੋਂ ਰਹਿਤ ਅਮਰ ਕਰਨ ਵਾਲਾ ਹੈ। ਅੰਮ੍ਰਿਤ ਨਾਮ ਤੁਮਾਰਾ ਪਿਆਰੇ। ਹੇ ਮੇਰੇ ਪਿਆਰੇ ਪਰਮੇਸ਼ਰ, ਤੁਹਾਡਾ ਨਾਮ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲਾ ਹੈ, ਅੰਮ੍ਰਿਤ ਰੂਪ ਹੈ। ਸਾਧ ਸੰਗ ਰਸ ਪਾਇਆ। ਉਸ ਨਾਮ ਦਾ ਰਸ ਸਾਧ ਸੰਗ, ਸਤ ਸੰਗਤ ਵਿੱਚ ਮਿਲ ਕੇ ਪਾਉਣਾ ਕੀਤਾ ਹੈ। ਤ੍ਰਿਪਤ ਅਗਾਏ ਸੇਈ ਜਨ ਪੂਰੇ, ਸੁਖ ਨਿਧਾਨ ਹਰ ਗਾਇਆ। ਹੇ ਸੁੱਖਾਂ ਦੇ ਨਿਧਾਨ, ਸੁੱਖਾਂ ਦੇ ਖਜ਼ਾਨੇ, ਹਰੀ ਪਰਮੇਸ਼ਰ, ਜਿਨ੍ਹਾਂ ਨੇ ਤੇਰੇ ਗੁਣਾਂ ਨੂੰ ਗਾਉਣਾ ਕੀਤਾ ਹੈ, ਉਹ ਇਸ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਨ, ਰੱਜ ਗਏ ਹਨ, ਅਤੇ ਪਰਲੋਕ ਸਵਰਗ ਆਦਿਕ ਦੇ ਪਦਾਰਥਾਂ ਵੱਲੋਂ ਵੀ ਅਗਾਏ ਰੱਜ ਗਏ ਹਨ। ਅਤੇ ਉਹੀ ਪੁਰਸ਼ ਪੂਰਨ ਹਨ। ਤ੍ਰਿਪਤ ਅਗਾਏ ਸੇਈ ਜਨ ਪੂਰੇ, ਸੁਖ ਨਿਧਾਨ ਹਰ ਗਾਇਆ। ਹੇ ਸੁੱਖਾਂ ਦੇ ਖਜ਼ਾਨੇ ਪਰਮੇਸ਼ਰ, ਜਿਨ੍ਹਾਂ ਨੇ ਤੇਰੇ ਗੁਣਾਂ ਨੂੰ ਗਾਉਣਾ ਕੀਤਾ ਹੈ, ਉਹ ਇਸ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਨ।
ਪਰਲੋਕ ਸਵਰਗ ਆਦਿ ਦੇ ਪਦਾਰਥਾਂ ਵੱਲੋਂ ਰੱਜ ਗਏ ਹਨ। ਉਹੀ ਜਨ ਜਿਹੜੇ ਰੱਜੇ ਹਨ ਪੂਰਨ ਹਨ, ਜਾਂ ਕੋ ਟੇਕ ਤੁਮਾਰੀ ਸੁਆਮੀ। ਹੇ ਸੁਆਮੀ ਮਾਲਕ ਪਰਮੇਸ਼ਰ, ਜਿਨ੍ਹਾਂ ਨੂੰ ਹਿਰਦੇ ਵਿੱਚ ਤੁਹਾਡੀ ਟੇਕ ਹੈ, ਤੁਹਾਡੀ ਏਕ ਹੈ, ਤਾਂ ਕੋ ਨਾਹੀ ਚਿੰਤਾ, ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਸੋਚ ਨਹੀਂ ਰਹਿੰਦੀ। ਜਾਂ ਕੋ ਟੇਕ ਤੁਹਾਰੀ ਸੁਆਮੀ, ਤਾਂ ਕੋ ਨਾਹੀ ਚਿੰਤਾ। ਹੇ ਸੁਆਮੀ ਮਾਲਕ ਪਰਮੇਸ਼ਰ, ਜਿਨ੍ਹਾਂ ਨੂੰ ਹਿਰਦੇ ਵਿੱਚ ਤੁਹਾਡੀ ਟੇਕ ਓਟ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ, ਕੋਈ ਸੋਚ ਨਹੀਂ ਰਹਿੰਦੀ। ਭਾਵ ਉਹਨਾਂ ਦੇ ਸਾਰੇ ਗਮ ਫਿਕਰ ਉਹ ਨਿਵਰਤ ਹੋ ਜਾਂਦੇ ਹਨ। ਜਾਂ ਕੋ ਦਇਆ ਮਇਆ ਤੁਮਾਰੀ ਹੋਈ, ਸੇ ਸਾਹ ਭਲੇ ਭਗਵੰਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਜਾਂ ਕੋ ਦਇਆ ਤੁਮਾਰੀ ਹੋਈ, ਹੇ ਭਗਵੰਤਾ, ਹੇ ਪਰਮੇਸ਼ਰ, ਜਿਨ੍ਹਾਂ ਦੇ ਉੱਪਰ ਤੁਮਾਰੀ ਤੁਹਾਡੀ ਦਇਆ ਕਿਰਪਾ ਦ੍ਰਿਸ਼ਟੀ ਹੋਈ ਹੈ। ਸੇ ਸਾਹ ਭਲੇ ਭਗਵੰਤਾ, ਸੇ ਉਹ ਭਲੇ ਚੰਗੇ ਸਾਹੂਕਾਰ ਹਨ। ਉਹ ਭਗਵੰਤਾ ਭਾਗਾਂ ਵਾਲੇ ਸ੍ਰੇਸ਼ਟ ਸਾਹੂਕਾਰ ਹਨ, ਜਿਨ੍ਹਾਂ ਉੱਪਰ ਤੁਹਾਡੀ ਕਿਰਪਾ ਦ੍ਰਿਸ਼ਟੀ ਹੋਈ ਹੈ। ਭਰਮ ਮੋਹ ਧਰੋ ਸਭ ਨਿਕਸੇ, ਜਬ ਕਾ ਦਰਸ਼ਨ ਪਾਇਆ। ਮਹਾਰਾਜ ਜੀ ਕਹਿਣ ਲੱਗੇ, ਉਹਨਾਂ ਦੇ ਅੰਦਰੋਂ ਸਰੂਪ ਦਾ ਭਰਮ, ਸਰੂਪ ਦਾ ਸੰਸਾ, ਸਰੀਰਾਂ ਦਾ ਮੋਹ ਸਨੇਹ ਅਤੇ ਧਰੋ ਛਲ ਬਰੇਫ ਆਦਿਕ ਸਾਰੇ ਔਗੁਣ ਨਿਕਲ ਗਏ ਹਨ। ਜਬ ਕਾ ਦਰਸ਼ਨ ਪਾਇਆ, ਜਬ ਜਦੋਂ ਦਾ ਪਰਮੇਸ਼ਰ ਦਾ ਦਰਸ਼ਨ ਦੀਦਾਰ ਪਾਉਣਾ ਕੀਤਾ ਹੈ, ਕਿ ਉਹਨਾਂ ਦੇ ਅੰਦਰੋਂ ਸਰੂਪ ਦਾ ਸੰਸਾ, ਸਰੀਰਾਂ ਦਾ ਮੋਹ ਅਤੇ ਛਲ ਬਰੇਫ ਆਦਿਕ ਸਾਰੇ ਔਗਣ ਨਿਕਲ ਗਏ ਹਨ। ਬਰਤਨ ਨਾਮ ਨਾਨਕ ਸੱਚ ਕੀਨਾ, ਹਰ ਨਾਮੇ ਰੰਗ ਸਮਾਇਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸਾਂ ਨੇ ਸੱਚੇ ਨਾਮ ਦਾ ਹੀ ਆਪ ਜਾਪਣ ਤੇ ਹੋਰਨਾਂ ਨੂੰ ਜਪਾਉਣ ਰੂਪ ਬਰਤਨ ਵਰਤਾਵਾ ਕੀਤਾ ਹੈ। ਇਉਂ ਪਰਮੇਸ਼ਰ ਦੇ ਨਾਮ ਦੇ ਰੰਗ ਪ੍ਰੇਮ ਵਿੱਚ ਸਾਡਾ ਮਨ ਸਮਾਇਆ, ਸਮਾ ਗਿਆ ਹੈ। ਬਰਤਨ ਨਾਮ ਨਾਨਕ ਸੱਚ ਕੀਨਾ, ਹਰ ਨਾਮੇ ਰੰਗ ਸਮਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸਾਂ ਨੇ ਸੱਚੇ ਨਾਮ ਦਾ ਹੀ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਰੂਪੀ ਵਰਤਾਵਾ ਕੀਤਾ ਹੈ। ਇਉਂ ਪਰਮੇਸ਼ਰ ਦੇ ਨਾਮ ਦੇ ਪ੍ਰੇਮ ਵਿੱਚ ਸਾਡਾ ਮਨ ਸਮਾ ਗਿਆ ਹੈ। ਆਸਾ ਮਹੱਲਾ ਪੰਜਵਾ। ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ। ਈਹਾ ਸੁਖ ਨਹੀਂ ਦਰਗਹਿ ਢੋਈ, ਜੰਪੁਰ ਜਾਏ ਪਚਾਵੈ। ਨਿੰਦਕ ਅਹਿਲਾ ਜਨਮ ਗਵਾਇਆ, ਪਹੁੰਚ ਨਾ ਸਕੈ ਕਾਹੂ ਬਾਤੈ। ਆਗੈ ਠੌਰ ਨਾ ਪਾਇਆ ਰਹਾਉ, ਕਿਰਤ ਪਿਆ ਨਿੰਦਕ ਬਪੜੇ। ਕਿਰਤ ਪਿਆ ਨਿੰਦਕ ਬਪਰੇ ਕਾ, ਕਿਆ ਉਹ ਕਰੈ ਵਿਚਾਰਾ। ਤਹਾਂ ਬਿਗੂਤਾ ਜਹ ਕੋਈ ਨਾ ਰਾਖੈ, ਉਹ ਕਿਸ ਪੈ ਕਰੇ ਪੁਕਾਰਾ। ਨਿੰਦਕ ਕੀ ਗਤ ਕਤਹੂ ਨਾਹੀ, ਖਸਮੈ ਏਵੈ ਭਾਣਾ। ਜੋ ਜੋ ਨਿੰਦ ਕਰੇ ਸੰਤਨ ਕੀ, ਤਿਉ ਸੰਤਨ ਸੁਖ ਮਾਨਾ। ਸੰਤਾਂ ਟੇਕ ਤੁਮਾਰੀ ਸੁਆਮੀ, ਤੂੰ ਸੰਤਨ ਕਾ ਸਹਾਈ। ਕਹੋ ਨਾਨਕ ਸੰਤ ਹਰ ਰਾਖੇ, ਨਿੰਦਕ ਦੀਏ ਰੁੜਾਈ। ਗੁਰੂ ਅਰਜਨ ਦੇਵ ਮਹਾਰਾਜ ਜੀ
ਪੰਜਵੇਂ ਪਾਤਸ਼ਾਹ ਆਸਾ ਰਾਗ ਦੇ ਅੰਦਰ ਸਮਝਾ ਰਹੇ ਹਨ। ਇਸ ਸ਼ਬਦ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨਿੰਦਿਆ ਕਰਨ ਵਾਲੇ ਪੁਰਸ਼ਾਂ ਦੀ ਹਾਲਤ ਕਥਨ ਕਰਦੇ ਹਨ। ਜਿਹੜੇ ਨਿੰਦਕ ਪੁਰਸ਼ ਹਨ, ਨਿੰਦਿਆ ਕਰਦੇ ਹਨ, ਉਹਨਾਂ ਦੀ ਹਾਲਤ ਦੱਸਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ। ਕਿ ਜਨਮ ਜਨਮ ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਪਰਾਈ ਦੂਸਰੇ ਦੀ ਮੈਲ ਨੂੰ ਨਿੰਦਕ ਪੁਰਸ਼ ਨਿੰਦਿਆ ਕਰਕੇ ਧੋ ਦਿੰਦਾ ਹੈ ਅਤੇ ਆਪਣਾ ਕੀਤਾ ਪਾਵੈ, ਅਤੇ ਆਪਣਾ ਆਪਣੇ ਦੁਆਰਾ ਕੀਤੇ ਹੋਏ ਕਰਮਾਂ ਨੂੰ ਫਲ ਪਾਉਂਦਾ ਹੈ। ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ। ਕਿ ਜਨਮ ਜਨਮ ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਪਰਾਈ ਦੂਸਰੇ ਦੀ ਮੈਲ ਨੂੰ ਨਿੰਦਕ ਪੁਰਸ਼ ਨਿੰਦਿਆ ਕਰਕੇ ਧੋ ਦਿੰਦਾ ਹੈ ਅਤੇ ਆਪਣੇ ਦੁਆਰਾ ਕੀਤੇ ਹੋਏ ਕਰਮਾਂ ਦਾ ਫਲ ਨਰਕ ਪਾਉਂਦਾ ਹੈ। ਈਹਾ ਸੁਖ ਨਹੀਂ ਦਰਗਹਿ ਢੋਈ, ਜੰਪਰ ਜਾਏ ਪਚਾਵੈ। ਉਸ ਨੂੰ ਈਹਾ ਇਸ ਲੋਕ ਵਿੱਚ ਵੀ ਕੋਈ ਸੁੱਖ ਨਹੀਂ। ਜਿਹੜਾ ਨਿੰਦਿਆ ਕਰਦਾ ਹੈ, ਮਹਾਰਾਜ ਜੀ ਕਹਿਣ ਲੱਗੇ ਈਹਾ ਸੁੱਖ ਨਹੀਂ, ਕਿ ਉਸ ਨੂੰ ਈਹਾ ਇਸ ਲੋਕ ਵਿੱਚ ਵੀ ਕੋਈ ਸੁੱਖ ਨਹੀਂ ਹੈ। ਤੇ ਦਰਗਹਿ ਢੋਈ, ਤੇ ਨਾ ਹੀ ਦਰਗਾਹ ਵਿੱਚ ਭਾਵ ਪਰਲੋਕ ਵਿੱਚ ਕੋਈ ਢੋਈ ਆਸਰਾ ਹੈ। ਉਹ ਜਮਪੁਰ ਜਾਏ ਪਚਾਵੈ, ਉਹ ਅੰਤ ਨੂੰ ਜਮਪੁਰ ਜਮਾਂ ਦੀ ਪੁਰੀ ਵਿੱਚ ਜਾ ਕੇ ਨਰਕਾਂ ਦੀ ਅੱਗ ਵਿੱਚ ਪਚਾਵੈ, ਸੜਦਾ ਹੈ। ਈਹਾ ਸੁਖ ਨਹੀਂ ਦਰਗਹਿ ਢੋਈ, ਜਮਪੁਰ ਜਾਏ ਪਚਾਵੈ। ਕਿ ਨਿੰਦਕ ਪੁਰਸ਼ ਨੂੰ ਈਹਾ ਇਸ ਲੋਕ ਵਿੱਚ ਵੀ ਕੋਈ ਸੁੱਖ ਨਹੀਂ, ਤੇ ਨਾ ਹੀ ਦਰਗਾਹ ਵਿੱਚ ਭਾਵ ਪਰਲੋਕ ਵਿੱਚ ਕੋਈ ਢੋਈ ਆਸਰਾ ਹੈ। ਜਮਪੁਰ ਜਾਏ ਪਚਾਵੈ, ਕਿ ਉਹ ਅੰਤ ਨੂੰ ਜਮਪੁਰ ਜਮਾਂ ਦੀ ਪੁਰੀ ਵਿੱਚ ਜਾ ਕੇ ਨਰਕਾਂ ਦੀ ਅੱਗ ਵਿੱਚ ਪਚਾਵੈ, ਸੜਦਾ ਹੈ। ਨਿੰਦਕ ਅਹਿਲਾ ਜਨਮ ਗਵਾਇਆ, ਨਿੰਦਿਆ ਕਰਨ ਵਾਲੇ ਪੁਰਸ਼ ਨੇ ਆਪਣਾ ਅਹਿਲਾ ਦੁਰਲੱਭ ਸੁੰਦਰ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ ਹੈ। ਨਿੰਦਿਆ ਕਰ ਕਰਕੇ ਨਿੰਦਿਆ ਕਰਨ ਵਾਲੇ ਪੁਰਸ਼ ਨੇ ਆਪਣਾ ਅਹਿਲਾ ਦੁਰਲੱਭ ਸੁੰਦਰ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ ਹੈ। ਪਹੁੰਚ ਨਾ ਸਕੈ ਕਾਹੂ ਬਾਤੈ, ਕਾਹੂ ਕਿਸੇ ਬਾਤਾਂ ਗੱਲਾਂ ਕਰਕੇ, ਕਿਸੇ ਗੱਲਾਂ ਬਾਤਾਂ ਕਰਕੇ ਨਿੰਦਕ ਪੁਰਸ਼ ਪਰਮਾਤਮਾ ਦੇ ਬਰਾਬਰ ਪਹੁੰਚ ਨਹੀਂ ਸਕਦਾ। ਪਹੁੰਚ ਨਾ ਸਕੈ ਕਾਹੂ ਬਾਤਾਂ, ਕਿ ਕਿਸੇ ਬਾਤਾਂ ਗੱਲਾਂ ਕਰਕੇ ਨਿੰਦਕ ਪੁਰਸ਼ ਪਰਮਾਤਮਾ ਵਾਹਿਗੁਰੂ ਮਹਾਤਮਾ ਦੇ ਨਾਮ ਜਪਣ ਵਾਲਿਆਂ ਦੇ ਬਰਾਬਰ ਪਹੁੰਚ ਨਹੀਂ ਸਕਦਾ। ਆਗੈ ਠੌਰ ਨਾ ਪਾਇਆ, ਆਗੈ ਪਰਲੋਕ ਵਿੱਚ ਤੇ ਦਰਗਾਹ ਦੇ ਵਿੱਚ ਵੀ ਕੋਈ ਥਾਂ ਨਹੀਂ ਪਾ ਸਕਦਾ। ਜਿਹੜਾ ਨਿੰਦਕ ਪੁਰਸ਼ ਹੈ ਕਿ ਪਹੁੰਚ ਨਾ ਸਕੈ ਕਾਹੂ ਬਾਤੈ, ਆਗੈ ਠੌਰ ਨਾ ਪਾਇਆ। ਕਿ ਨਿੰਦਕ ਪੁਰਸ਼ ਕਿਸੇ ਗੱਲਾਂ ਕਰਕੇ ਨਿੰਦਕ ਪੁਰਸ਼ ਮਹਾਤਮਾ ਦੇ ਬਰਾਬਰ ਪਹੁੰਚ ਨਹੀਂ ਸਕਦਾ, ਨਾਮ ਜਪਣ ਵਾਲਿਆਂ ਦੇ ਬਰਾਬਰ ਪਹੁੰਚ ਨਹੀਂ ਸਕਦਾ, ਅਤੇ ਅੱਗੇ ਪਰਲੋਕ ਦੇ ਦਰ ਵਿੱਚ ਵੀ ਕੋਈ ਠੌਰ ਕੋਈ ਥਾਂ ਨਹੀਂ ਪਾ ਸਕਦਾ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਨਿੰਦਕ ਬਾਰੇ ਸਮਝਾ ਰਹੇ ਹਨ। ਕਿਰਤ ਪਿਆ ਨਿੰਦਕ ਬਪਰੇ ਕਾ, ਕਿਆ ਉਹ ਕਰੈ ਵਿਚਾਰਾ। ਬਪਰੇ ਵਿਚਾਰੇ ਨਿੰਦਕ ਨਿੰਦਿਆ ਕਰਨ ਵਾਲੇ ਦਾ ਕਿਰਤ ਕਰਮ ਹੀ ਐਸਾ ਪਿਆ ਹੋਇਆ ਹੈ। ਕਿਆ ਉਹ ਕਰੈ ਵਿਚਾਰਾ, ਕਿ ਉਹ ਵਿਚਾਰਾ ਨਿਮਾਣਾ ਕੀ ਕਰ ਸਕਦਾ ਹੈ। ਉਸ ਦਾ ਐਸਾ ਹੀ ਕਿਰਤ ਐਸਾ ਹੀ ਕਰਮ ਪਿਆ ਹੁੰਦਾ ਹੈ। ਉਹੀ ਕਰਮ ਕਰਕੇ ਫਿਰ ਨਰਕਾਂ ਦੀ ਅੱਗ ਵਿੱਚ ਸੜਦਾ ਹੈ। ਤਹਾਂ ਬਗੂਤਾ ਜਹ ਕੋਏ ਨ ਰਾਖੈ, ਉਹ ਕਿਸ ਪੈ ਕਰੇ ਪੁਕਾਰਾ। ਤਹਾਂ ਬਗੂਤਾ ਜਹ ਕੋਏ ਨ ਰਾਖੈ, ਉਹ ਕਿਸ ਪੈ ਕਰੇ ਪੁਕਾਰਾ। ਮਹਾਰਾਜ ਜੀ ਕਹਿਣ ਲੱਗੇ
ਨਿੰਦਕ ਪੁਰਸ਼ ਤਾਹਾਂ ਉਥੇ ਬਿਗੁਤਾ ਖਰਾਬ ਹੁੰਦਾ ਹੈ। ਜਿੱਥੇ ਇਸ ਨੂੰ ਕੋਈ ਵੀ ਨਹੀਂ ਰੱਖ ਸਕਦਾ, ਫਿਰ ਉਹ ਕਿਸ ਦੇ ਪਾਸ ਪੁਕਾਰਾ ਫਰਿਆਦ ਕਰੇਗਾ ਜਦੋਂ ਉੱਥੇ ਕੋਈ ਇਸ ਨੂੰ ਰੱਖਣ ਵਾਲਾ ਹੀ ਨਹੀਂ। ਭਾਵ ਪੁਕਾਰ ਕਰਨ ਨੂੰ ਕੋਈ ਥਾਂ ਨਹੀਂ ਹੈ ਅਤੇ ਨਾ ਹੀ ਕੋਈ ਸੁਣਨ ਨੂੰ ਹੈ। ਫਿਰ ਇਸ ਦਾ ਕੀ ਚਾਰਾ ਚੱਲੇਗਾ। ਤਹਾਂ ਬਗੂਤਾ ਜਹ ਕੋਈ ਨਾ ਰਾਖੈ, ਉਹ ਕਿਸ ਪਹਿ ਕਰੇ ਪੁਕਾਰਾ। ਨਿੰਦਕ ਪੁਰਸ਼ ਉੱਥੇ ਖਰਾਬ ਹੁੰਦਾ ਹੈ ਜਿੱਥੇ ਇਸ ਨੂੰ ਕੋਈ ਵੀ ਥਾਂ ਨਹੀਂ, ਕੋਈ ਵੀ ਰੱਖਣ ਵਾਲਾ ਨਹੀਂ। ਫਿਰ ਉਹ ਕਿਸ ਦੇ ਪਾਸ ਪੁਕਾਰਾ ਫਰਿਆਦ ਕਰੇਗਾ। ਭਾਵ ਪੁਕਾਰ ਕਰਨ ਨੂੰ ਕੋਈ ਥਾਂ ਨਹੀਂ ਅਤੇ ਨਾ ਹੀ ਕੋਈ ਸੁਣਨ ਨੂੰ ਹੈ। ਨਿੰਦਕ ਕੀ ਗਤ ਕਤਹੂ ਨਾਹੀ, ਖਸਮੈ ਏਵੈ ਭਾਣਾ। ਨਿੰਦਕ ਕਰਨ ਵਾਲੇ ਦੀ ਮੁਕਤੀ ਕਿਸੇ ਤਰ੍ਹਾਂ ਵੀ ਨਹੀਂ ਹੋਣੀ। ਨਿੰਦਕ ਕੀ ਗਤ ਕਤਹੂ ਨਾਹੀ, ਕਤਹੂ ਕਿਤੇ, ਕਿ ਨਿੰਦਿਆ ਕਰਨ ਵਾਲੇ ਦੀ ਗਤ ਮੁਕਤੀ ਕਤਹੂ ਕਿਸੇ ਤਰ੍ਹਾਂ ਵੀ ਨਹੀਂ ਹੋਣੀ। ਭਾਵ ਸਵਰਗ ਲੋਕ ਵਿੱਚ ਚਲਿਆ ਜਾਵੇ। ਖਸਮੈ ਏਵੈ ਭਾਣੈ, ਕਿ ਖਸਮੈ ਮਾਲਕ ਪਰਮੇਸ਼ਰ ਨੂੰ ਏਵੈ ਇਸ ਪ੍ਰਕਾਰ ਹੀ ਭਾਉਂਦਾ ਹੈ, ਫਿਰ ਇਸ ਦੀ ਗਤ ਨਹੀਂ ਹੋਣੀ। ਇਹੋ ਹੀ ਪਰਮੇਸ਼ਰ ਨੂੰ ਨਿੰਦਕ ਬਾਰੇ ਭਾਉਂਦਾ ਹੈ। ਮਹਾਰਾਜ ਜੀ ਅੱਗੇ ਕਹਿਣ ਲੱਗੇ, ਜੋ ਜੋ ਨਿੰਦ ਕਰੇ ਸੰਤਨ ਕੀ, ਤਿਉ ਸੰਤਨ ਸੁਖ ਮਾਨਾ। ਜੋ ਜੋ ਜਿਵੇਂ ਜਿਵੇਂ ਨਿੰਦਕ ਪੁਰਸ਼ ਸੰਤਨ ਸੰਤ ਜਨਾਂ ਦੀ ਨਿੰਦਿਆ ਕਰਦਾ ਹੈ, ਤਿਉ ਸੰਤਨ ਸੁਖ ਮਾਨਾ, ਤਿਉ ਤਿਵੇਂ ਸੰਤਨ ਸੰਤ ਜਨਾਂ ਨੇ ਹਿਰਦੇ ਵਿੱਚ ਸੁਖ ਮੰਨਣਾ ਕੀਤਾ ਹੈ। ਭਾਵ ਸੰਤ ਜਾਣਦੇ ਹਨ ਕਿ ਜਿਸ ਸਰੀਰ ਨੂੰ ਵੇਖ ਕੇ ਇਹ ਨਿੰਦਿਆ ਕਰਦਾ ਹੈ, ਉਹ ਸਰੀਰ ਤਾਂ ਨਾਸਵੰਤ ਹੈ। ਆਤਮਾ ਨਿੰਦਿਆ ਉਸਤਤ ਤੋਂ ਰਹਿਤ ਹੈ। ਇਉਂ ਸੰਤ ਜਨਾਂ ਨੇ ਆਪਣੇ ਸਰੂਪ ਨੂੰ ਜਾਣ ਕੇ ਸੁਖ ਮੰਨਣਾ ਕੀਤਾ ਹੈ। ਜੋ ਜੋ ਨਿੰਦ ਕਰੇ ਸੰਤਨ ਕੀ, ਤਿਉ ਸੰਤਨ ਸੁਖ ਮਾਨਾ। ਜੋ ਜੋ ਨਿੰਦਕ ਪੁਰਸ਼ ਸੰਤ ਜਨਾਂ ਦੀ ਨਿੰਦਿਆ ਕਰਦਾ ਹੈ, ਤਿਵੇਂ ਸੰਤਨ ਸੰਤ ਜਨਾਂ ਨੇ ਹਿਰਦੇ ਵਿੱਚ ਸੁਖ ਮੰਨਣਾ ਕੀਤਾ ਹੈ। ਭਾਵ ਸੰਤ ਜਾਣਦੇ ਹਨ, ਮਹਾਤਮਾ ਜਨ ਜਾਣਦੇ ਹਨ ਕਿ ਸਰੀਰ ਨੂੰ ਵੇਖ ਕੇ ਇਹ ਨਿੰਦਿਆ ਕਰਦਾ ਹੈ। ਉਹ ਸਮਝਦੇ ਹਨ ਕਿ ਇਹ ਸਰੀਰ ਤਾਂ ਨਾਸਵੰਤ ਹੈ, ਪਰ ਆਤਮਾ ਨਿੰਦਿਆ ਉਸਤਤ ਤੋਂ ਰਹਿਤ ਹੈ। ਇਉਂ ਸੰਤ ਜਨਾਂ ਨੇ ਆਪਣੇ ਸਰੂਪ ਨੂੰ ਜਾਣ ਕੇ ਸੁਖ ਮੰਨਣਾ ਕੀਤਾ ਹੈ ਕਿ ਇਸ ਸਰੀਰ ਦੀ ਨਿੰਦਿਆ ਕਰਦੇ ਹਨ। ਇਹ ਤਾਂ ਚਲਿਆ ਹੀ ਜਾਣਾ ਹੈ। ਸੰਤਾਂ ਟੇਕ ਤੁਮਾਰੀ ਸੁਆਮੀ, ਤੂੰ ਸੰਤਨ ਕਾ ਸਹਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਸੁਆਮੀ ਮਾਲਕ ਪ੍ਰਭੂ, ਸੰਤ ਜਨਾਂ ਨੂੰ ਤੁਹਾਡੀ ਹੀ ਟੇਕ ਓਟ ਹੈ ਅਤੇ ਤੂੰ ਸੰਤ ਜਨਾਂ ਦਾ ਸਹਾਈ ਸਹਾਇਕ ਹੈ। ਕਹੋ ਨਾਨਕ ਸੰਤ ਹਰ ਰਾਖੇ, ਨਿੰਦਕ ਦੀਏ ਰੁੜਾਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਤੁਸੀਂ ਆਪ ਸ਼ਾਂਤ ਚਿੱਤ ਮਹਾਤਮਾ ਨੂੰ ਰੱਖਣਾ ਕੀਤਾ ਹੈ ਅਤੇ ਨਿੰਦਿਆ ਕਰਨ ਵਾਲੇ ਨਰਕਾਂ ਵਿੱਚ ਰੋੜ ਦਿੱਤੇ ਹਨ। ਆਸਾ ਮਹੱਲਾ ਪੰਜਵਾ। ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ। ਈਹਾਂ ਕਾਮ ਕ੍ਰੋਧ ਮੋਹਿ ਵਿਆਪਿਆ, ਆਗੈ ਮੁਸਮੁਸ ਰੋਏ। ਗੋਵਿੰਦ ਭਜਨ ਕੀ ਮਤ ਹੈ ਹੋਰਾ, ਬਰਮੀ ਮਾਰੀ ਸਾਪ ਨਾ ਮਰਈ। ਨਾਮ ਨ ਸੁਣਈ ਡੋਰਾ ਰਹਾਉ, ਮਾਇਆ ਕੀ ਕਿਰਤ ਛੋੜ ਗਵਾਈ। ਭਗਤੀ ਸਾਰ ਨ ਜਾਣੈ, ਵੇਦ ਸ਼ਾਸਤਰ ਕੋ ਤਰਕ ਨ ਲਾਗਾ। ਤਤ ਜੋਗ ਨਾ ਪਛਾਨੈ, ਉਹ ਘਰ ਗਿਆ ਜੈਸਾ ਖੋਟਾ ਢਬੂਆ। ਉਗਰ ਗਿਆ ਜੈਸਾ ਖੋਟਾ ਢਬੂਆ।
ਨਦਰ ਸਰਾਫਾਂ ਆਇਆ। ਅੰਤਰਜਾਮੀ ਸਭ ਕਿਸ ਜਾਣੈ, ਉਸ ਤੇ ਕਹਾਂ ਛਿਪਾਇਆ। ਕੂੜ ਕਪਟ ਬੰਚ ਨੇ ਮੁਨਿਆਦਾਂ, ਬਿਨਸ ਗਿਆ ਤਤਕਾਲੇ। ਸਤ 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 ਨਾਨਕ ਕਹਿਆ, ਆਪਣੇ ਹਿਰਦੈ ਦੇਖ ਸੰਭਾਲੇ। ਗੁਰੂ ਅਰਜਨ ਦੇਵ ਮਹਾਰਾਜ ਜੀ ਆਸਾ ਰਾਗ ਦੇ ਅੰਦਰ ਇਸ ਸ਼ਬਦ ਵਿੱਚ ਪਖੰਡ ਦਾ ਖੰਡਨ ਕਰਦੇ ਹੋਏ ਫਰਮਾਉਂਦੇ ਹਨ। ਪਖੰਡੀ ਲੋਕ ਬੜੇ ਪਖੰਡ ਕਰਦੇ ਹਨ। ਮਹਾਰਾਜ ਜੀ ਉਸ ਪਖੰਡ ਦਾ ਖੰਡਨ ਕਰਦੇ ਹਨ ਜਿਹੜੇ ਪਖੰਡ ਕਰਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਬਾਹਰ ਧੋਏ ਅੰਤਰ ਮਨ ਮੈਲਾ। ਜਿਹੜੇ ਬਾਹਰੋਂ ਤਾਂ ਸਰੀਰ ਨੂੰ ਤੀਰਥਾਂ ਆਦਿਕ 'ਤੇ ਜਾ ਕੇ ਧੋਂਦੇ ਹਨ, ਪਰ ਅੰਦਰੋਂ ਮਨ, ਅੰਦਰੋਂ ਹਿਰਦਾ ਪਾਪਾਂ ਦੀ ਮੈਲ, ਔਗਣਾਂ ਦੀ ਮੈਲ ਕਰਕੇ ਮੈਲਾ ਮਲੀਨ ਹੈ। ਦੋਏ ਠੌਰ ਆਪਣੇ ਖੋਏ, ਕਿ ਇਹ ਜਿਹੜੇ ਬਾਹਰੋਂ ਸਰੀਰ ਧੋਣਾ ਅੰਦਰੋਂ ਪਾਪਾਂ ਦੀ ਔਗਣਾਂ ਦੀ ਮੈਲ ਹੈ, ਇਸ ਕਰਕੇ ਮਲੀਨ ਹੈ। ਉਹਨਾਂ ਨੇ ਆਪਣੇ ਦੋਵੇਂ ਠੌਰ ਥਾਂ ਭਾਵ ਲੋਕ ਪਰਲੋਕ ਗਵਾ ਲਏ ਹਨ। ਜੋ ਪਖੰਡ ਕਰਦੇ ਹਨ ਉਹਨਾਂ ਬਾਰੇ ਸਮਝਾ ਰਹੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ। ਕਹਿਣ ਲੱਗੇ, ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ। ਜਿਹੜਾ ਬਾਹਰੋਂ ਤਾਂ ਸਰੀਰ ਨੂੰ ਤੀਰਥਾਂ ਆਦਿਕ 'ਤੇ ਜਾ ਕੇ ਧੋਂਦੇ ਹਨ, ਪਰ ਅੰਤਰ ਅੰਦਰੋਂ ਮਨ ਹਿਰਦਾ ਪਾਪਾਂ ਔਗੁਣਾਂ ਦੀ ਮੈਲ ਕਰਕੇ ਮੈਲਾ ਮਲੀਨ ਹੈ। ਉਹਨਾਂ ਨੇ ਆਪਣੇ ਦੋਵੇਂ ਠੌਰ ਦੋਵੇਂ ਥਾਂ ਭਾਵ ਲੋਕ ਪਰਲੋਕ ਗਵਾ ਲਏ ਹਨ। ਈਹਾ ਕਾਮ ਕ੍ਰੋਧ ਮੋਹਿ ਵਿਆਪਿਆ। ਉਹ ਈਹਾ ਇੱਥੇ ਤਾਂ ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ ਅਤੇ ਮੋਹ ਸਨੇਹ ਆਦਿਕ ਵਿੱਚ ਵਿਆਪਿਆ ਹੋਇਆ ਹੈ ਤੇ ਇਹਨਾਂ ਵਿੱਚ ਲੱਗੇ ਹੋਏ ਹਨ। ਆਗੇ ਮੁਸ ਮੁਸ ਰੋਏ, ਤੇ ਅੱਗੇ ਪਰਲੋਕ ਵਿੱਚ ਮੁਸ ਮੁਸ, ਬੁਸਕ ਬੁਸਕ, ਹਟਕਾਰੇ ਲੈ ਲੈ ਕੇ ਰੋਂਦੇ ਹਨ। ਮੁਸ ਮੁਸ ਰੋਏ ਕਿ ਮੁਸ ਲੁੱਟਣ ਵਾਲੇ ਵਿਕਾਰਾਂ ਦੇ ਲੁੱਟੇ ਹੋਏ ਪਰਲੋਕ ਦੇ ਵਿੱਚ ਰੋਂਦੇ ਹਨ। ਮੁਸ ਲੁੱਟਣ ਵਾਲੇ ਚੋਰਾਂ ਦੀ ਮਾਂ ਵਾਂਗੂ ਹੌਲੇ ਹੌਲੇ ਰੋਣਗੇ, ਭਾਵ ਪ੍ਰਗਟ ਕਰਕੇ ਹੀ ਰੋਣਗੇ। ਜਿਹੜੇ ਇੱਥੇ ਪਖੰਡ ਕਰਦੇ ਹਨ ਤੇ ਮਨ ਪਾਪਾਂ ਔਗਣਾਂ ਦੀ ਮੈਲ ਨਾਲ ਜਿਨ੍ਹਾਂ ਦਾ ਮਲੀਨ ਹੋਇਆ ਹੈ, ਕਿ ਉਸ ਨੇ ਲੋਕ ਪਰਲੋਕ ਦੇ ਜਿਹੜੇ ਦੋਵੇਂ ਥਾਂ ਖਰਾਬ ਕਰ ਲਏ ਹਨ। ਮਹਾਰਾਜ ਜੀ ਕਹਿਣ ਲੱਗੇ, ਈਹਾ ਕਾਮ ਕ੍ਰੋਧ ਮੋਹੇ ਵਿਆਪਿਆ, ਆਗੈ ਮੁਸ ਮੁਸ ਰੋਇਆ। ਉਹ ਈਹਾ ਇੱਥੇ ਤਾਂ ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ ਅਤੇ ਮੋਹ ਸਨੇਹ ਆਦਿਕ ਵਿੱਚ ਲੱਗੇ ਹੋਏ ਹਨ ਤੇ ਅੱਗੇ ਪਰਲੋਕ ਵਿੱਚ ਮੁਸ ਮੁਸ ਕਰਕੇ ਹੌਂਕੇ ਲੈ ਲੈ ਕੇ ਰੋਂਦੇ ਹਨ। ਗੋਬਿੰਦ ਭਜਨ ਕੀ ਮਤ ਹੈ ਹੋਰਾ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਗੋਬਿੰਦ ਪਰਮੇਸ਼ਰ ਭਜਨ ਸਿਮਰਨ ਕਰਨ ਦੀ ਤਾਂ ਮਤ ਬੁੱਧੀ ਹੀ ਹੋਰਾ ਹੋਰ ਹੈ। ਇਹਨਾਂ ਵਾਲੀ ਬੁੱਧੀ ਨਹੀਂ, ਇਹਨਾਂ ਵਾਲੇ ਕਰਮ ਨਹੀਂ ਜਿਹੜੇ ਨਾਮ ਜਪਦੇ ਹਨ। ਗੋਬਿੰਦ ਭਜਨ ਕੀ ਮਤ ਹੈ ਹੋਰਾ। ਹੇ ਭਾਈ, ਗੋਬਿੰਦ ਪਰਮੇਸ਼ਰ ਦੇ ਭਜਨ ਸਿਮਰਨ ਕਰਨ ਦੀ ਤਾਂ ਮਤ ਬੁੱਧੀ ਹੀ ਹੋਰਾ ਹੋਰ ਹੈ। ਜੈਸਾ ਕਿ ਬਰਮੀ ਮਾਰੀ ਸਾਪ ਨਾ ਮਰਈ, ਨਾਮ ਨਾ ਸੁਣਈ ਡੋਰਾ। ਜਿਸ ਪ੍ਰਕਾਰ ਬਰਮੀ ਸੱਪ ਦੀ ਖੁੱਡ ਨੂੰ ਡਾਂਗ ਸੋਟਾ ਮਾਰਨ ਨਾਲ ਸੱਪ ਨਹੀਂ ਮਰਦਾ। ਸੱਪ ਦੀ ਜਿਹੜੀ ਬਰਮੀ ਹੁੰਦੀ ਹੈ, ਜੇ ਉਸ ਬਰਮੀ ਨੂੰ ਕੁੱਟੀ ਜਾਵੇ ਉੱਪਰੋਂ ਤਾਂ ਸੱਪ ਨਹੀਂ ਮਰਦਾ। ਤਿਉਂ ਅੰਦਰ ਜੋ ਮਨ ਰੂਪੀ ਸੱਪ ਹੈ, ਉਹ ਬਾਹਰੋਂ ਨਹਾਤਿਆਂ ਧੋਤਿਆਂ ਜਾਂ ਸਰੀਰ ਨੂੰ ਦੁੱਖ ਦੇਣ ਨਾਲ ਜਾਂ ਸਰੀਰ ਦੇ ਅੰਗ ਕੇਸ ਆਦਿਕ ਕੱਟਣ ਨਾਲ ਨਹੀਂ ਮਰਦਾ, ਪਰ ਇਹ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਬਿਨਾਂ ਨਾਮ ਨਾ ਸੁਣੀ ਡੋਰਾ।
ਪਰ ਇਹ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਬਿਨਾ ਡੋਰਾ ਬੋਲਾ ਜੀਵ ਪਰਮੇਸ਼ਰ ਦਾ ਨਾਮ ਨਹੀਂ ਸੁਣਦਾ। ਰਹਾਉ। ਵਿਸਰਾਮ ਦੇ ਕੇ ਮਹਾਰਾਜ ਜੀ ਅੱਗੇ ਕਹਿਣ ਲੱਗੇ, ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੈ। ਕਿ ਪਖੰਡੀ ਸਾਧ ਬਣ ਕੇ ਮਾਇਆ ਦੀ ਕਿਰਤ ਮਿਹਨਤ ਜਿਸ ਨਾਲ ਰੋਜੀ ਕਮਾਉਣੀ ਸੀ, ਪਰੰਤੂ ਉਹ ਛੱਡ ਕੇ ਗਵਾ ਦਿੱਤੀ। ਭਾਵ ਦੁਨੀਆਦਾਰੀ ਵਿੱਚ ਮਾਇਆ ਦੀ ਕਿਰਤ ਜਿਵੇਂ ਖੇਤੀ ਆਦਿਕ ਕਰਨੀ ਹੈ, ਹਲ ਵਾਹੁਣੇ ਨੌਕਰੀ ਆਦਿਕ ਕਰਨੀ ਸੀ, ਇਹ ਸੋਚ ਕੇ ਇਹਨਾਂ ਨੂੰ ਛੱਡ ਦਿੱਤਾ ਹੈ। ਕਿਹੜਾ ਇਸ ਝੰਬੇਲੇ ਵਿੱਚ ਪਏ ਅਤੇ ਪਰਲੋਕ ਰਹੀ ਪਰਮੇਸ਼ਰ ਦੀ ਭਗਤੀ ਦੀ ਸਾਰ ਸਮਝ ਖਬਰ ਨਹੀਂ ਜਾਣਨਾ ਕੀਤੀ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਸਮਝਾਉਣਾ ਕੀਤਾ ਹੈ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੈ। ਕਿ ਪਖੰਡੀ ਸਾਧ ਬਣ ਕੇ ਮਾਇਆ ਦੀ ਕਿਰਤ ਮਿਹਨਤ ਜਿਸ ਨਾਲ ਰੋਜੀ ਕਮਾਉਣੀ ਸੀ, ਪਰੰਤੂ ਉਹ ਛੱਡ ਕੇ ਗਵਾ ਦਿੱਤੀ ਹੈ। ਭਾਵ ਦੁਨੀਆਦਾਰੀ ਵਿੱਚ ਮਾਇਆ ਦੀ ਕਿਰਤ ਜਿਵੇਂ ਖੇਤੀ ਕਰਨੀ, ਹਲ ਵਾਹੁਣੇ, ਨੌਕਰੀ ਆਦਿਕ ਕਰਨੀ ਸੀ, ਇਹ ਇਸ ਨੇ ਛੱਡ ਦਿੱਤੀ। ਇਹ ਸੋਚ ਕੇ ਇਹਨਾਂ ਨੂੰ ਛੱਡ ਦਿੱਤਾ ਕਿ ਕਿਹੜਾ ਇਸ ਝੰਬੇਲੇ ਵਿੱਚ ਪਵੇ। ਇਸ ਨੂੰ ਝੰਬੇਲਾ ਬਣਾ ਕੇ ਹੀ ਛੱਡ ਜਾਂਦਾ ਹੈ ਪਖੰਡੀ। ਕਿ ਹਲ ਵਾਹੁਣਾ, ਖੇਤੀ ਕਰਨੀ, ਨੌਕਰੀ ਕਰਨੀ, ਇਸ ਨੂੰ ਝਵੇਲਾ ਕਰਕੇ ਛੱਡ ਕੇ ਪਖੰਡ ਕਰਨ ਵਿੱਚ ਹੋ ਜਾਂਦਾ ਹੈ ਅਤੇ ਪਰਮਾਰਥ ਲਈ ਪਰਮੇਸ਼ਰ ਦੀ ਭਗਤੀ ਦੀ ਸਮਝ ਖਬਰ ਵੀ ਨਹੀਂ ਜਾਣਨਾ ਕੀਤੀ ਕਿ ਜਿਹੜਾ ਕੁਝ ਕਰਨਾ ਹੈ ਉਹ ਕਰਾਂ, ਪਰ ਫਿਰ ਵੀ ਪਖੰਡ ਕਰਨ ਵਿੱਚ ਲੱਗ ਜਾਂਦਾ ਹੈ। ਵੇਦ ਸ਼ਾਸਤਰ ਕੋ ਤਰਕਨ ਲਾਗਾ, ਉਹ ਉਲਟਾ ਚਾਰੇ ਵੇਦਾਂ ਅਤੇ 6 ਸ਼ਾਸਤਰਾਂ ਨੂੰ ਤਰਕਾਂ ਮਾਰਨ ਲੱਗ ਜਾਂਦਾ ਹੈ, ਹੁਜਤਾਂ ਕਰਨ ਲੱਗ ਜਾਂਦਾ ਹੈ ਕਿ ਇਹਨਾਂ ਵਿੱਚ ਮਿਥਿਆ ਹੀ ਕਥਨ ਹੋਇਆ ਹੈ, ਝੂਠਾ ਹੀ ਕਥਨ ਹੋਇਆ ਹੈ, ਇਹ ਕਹਿ ਕੇ ਤਰਕਾਂ ਮਾਰ ਲੱਗ ਜਾਂਦਾ ਹੈ। ਪਰ ਤਤ ਜੋਗ ਨਾ ਪਛਾਨੈ, ਅਰ ਤਤ ਸਾਰ ਵਸਤੂ ਬ੍ਰਹਮ ਵਿੱਚ ਜੁੜਨਾ ਨਹੀਂ ਜਾਣਨਾ ਕਰਦਾ। ਤਤ ਸਰੂਪ ਦਾ ਗਿਆਨ ਅਤੇ ਜੋਗ ਦੀ ਨਿਆਈ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਕਰਨਾ ਪਛਾਨਣਾ ਨਹੀਂ ਹੈ। ਉਗਰ ਗਿਆ ਜੈਸੇ ਖੋਟਾ ਢਬੂਆ, ਜਿਸ ਪ੍ਰਕਾਰ ਖੋਟਾ ਖਰੇ ਤੋਂ ਰਹਿਤ ਢਬੂਆ ਰੁਪਈਏ ਦਾ, ਉਸ ਵੇਲੇ ਪਾਜ ਉਗਰ ਪ੍ਰਗਟ ਹੋ ਗਿਆ ਹੈ। ਉਗਰ ਗਿਆ ਜੈਸਾ ਖੋਟਾ ਢਬੂਆ, ਜੈਸਾ ਜਿਸ ਪ੍ਰਕਾਰ ਖੋਟਾ ਖਰੇ ਤੋਂ ਰਹਿਤ ਢਬੂਆ ਰੁਪਈਏ ਦਾ, ਉਸ ਵੇਲੇ ਪਾਜ ਪ੍ਰਗਟ ਹੋ ਗਿਆ ਹੈ। ਜਿਸ ਵੇਲੇ ਉਹ ਸਰਾਫਾਂ ਨਾਦਰ ਸਰਾਫਾਂ ਆਇਆ, ਜਿਸ ਵੇਲੇ ਉਹ ਸਰਾਫਾਂ ਸੋਨਾ ਚਾਂਦੀ ਪਰਖਣ ਵਾਲਿਆਂ ਦੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਜਿਸ ਪ੍ਰਕਾਰ ਕਿ ਜਿਹੜਾ ਖਰੇ ਰੁਪਈਏ ਤੋਂ ਬਾਹਰ ਖੋਟਾ ਰੁਪਈਆ ਹੁੰਦਾ ਹੈ, ਜਿਹੜਾ ਜਦੋਂ ਉਹ ਸਰਾਫਾਂ ਦੀ ਨਜ਼ਰ ਵਿੱਚ ਆਉਂਦਾ ਹੈ, ਪਰਖਿਆ ਜਾਂਦਾ ਹੈ, ਉਦੋਂ ਪਤਾ ਲੱਗਦਾ ਹੈ। ਇਸੇ ਪ੍ਰਕਾਰ ਜਦੋਂ ਖੋਟੇ ਰੁਪਈਏ ਦੀ ਨਿਆਈ ਪਖੰਡੀ ਪੁਰਸ਼ ਜਦੋਂ ਗੁਰੂ ਰੂਪ ਸਰਾਫ ਦੀ ਦ੍ਰਿਸ਼ਟੀ ਵਿੱਚ ਆਉਂਦਾ ਹੈ, ਤਾਂ ਇਸ ਦਾ ਸਾਰਾ ਪਾਜ ਉਗੜ ਜਾਂਦਾ ਹੈ। ਅੰਤਰਜਾਮੀ ਸਭ ਕਿਸ ਜਾਣੈ, ਹਰੇਕ ਦੇ ਅੰਦਰ ਦੀ ਜਾਣਨ ਵਾਲਾ ਅੰਤਰਜਾਮੀ ਪਰਮੇਸ਼ਰ ਸਭ ਕਿਛ ਸਾਰਾ ਕੁਝ ਜਾਣਦਾ ਹੈ। ਉਸ ਤੇ ਕਹਾਂ ਛਪਾਇਆ, ਉਸ ਪਰਮੇਸ਼ਰ ਤੋਂ ਭਲਾ ਕਿੱਥੇ ਕੋਈ ਔਗੁਣ ਛਪਾ ਲੁਕਾ ਸਕਦਾ ਹੈ। ਅੰਤਰਜਾਮੀ ਸਭ ਕਿਛ ਜਾਣੈ, ਕਿ ਹਰੇਕ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਸਾਰਾ ਕੁਝ ਜਾਣਦਾ ਹੈ। ਉਸ ਤੇ ਕਹਾਂ ਛਪਾਇਆ, ਕਿ ਉਸ ਪਰਮੇਸ਼ਰ ਤੋਂ ਭਲਾ ਕਿੱਥੇ ਕੋਈ ਔਗੁਣ ਛਪਾ ਸਕਦਾ ਹੈ। ਕੂੜ ਕਪਟ ਬੰਚ ਨੇ ਮੁਨਿਆਦਾਂ, ਬਿਨਸ ਗਿਆ ਤਤਕਾਲੇ। ਇਹ ਜੀਵ ਮਨੁੱਖਾ ਦੇਹ ਵਿੱਚ ਕੂੜ ਬੋਲਦੇ ਹਨ, ਝੂਠ ਬੋਲਦੇ ਹਨ, ਕਾਪਟ ਛਲ ਕਰਦੇ ਹਨ ਅਤੇ ਬੰਚ ਠੱਗੀ ਆਦਿਕ ਕਰਦੇ ਹਨ, ਪਰੰਤੂ ਇਹ
ਨਿਹ ਮਨਿਆਦਾਂ, ਇਹ ਦੇਹ ਮਨਿਆਦਾਂ ਬੇਮਨਿਆਦ ਅਸਥਿਰ ਹੈ। ਜਿਹੜੀ ਇਹ ਦੇਹ ਹੈ, ਸਰੀਰ ਹੈ, ਇਹ ਬੇਮਨਿਆਦ ਹੈ, ਇਸ ਦੀ ਕੋਈ ਮਨਿਆਦ ਨਹੀਂ। ਪਰ ਇਹ ਦੇਹੀ ਵਿੱਚ, ਮਨੁੱਖਾ ਦੇਹੀ ਵਿੱਚ ਝੂਠ ਬੋਲਦੇ ਹਨ, ਛਲ ਕਰਦੇ ਹਨ, ਠੱਗੀ ਕਰਦੇ ਹਨ। ਤੇ ਇਹ ਸਰੀਰ ਹੈ ਨਾਸਵੰਤ, ਆਨ ਸਥਿਰ ਹੈ। ਬਿਨਸ ਗਿਆ ਤਤਕਾਲੇ, ਇਹ ਤਤਕਾਲੇ ਤੁਰੰਤ ਹੀ ਨਾਸ ਹੋ ਜਾਣਾ ਹੈ। ਸਤ 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 ਨਾਨਕ ਕਹਿਆ, ਆਪਣੇ ਹਿਰਦੈ ਦੇਖ ਸੰਭਾਲੇ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਅਸਾਂ ਨੇ ਇਹ ਸਤ ਸੱਚਾ ਬਚਨ ਕਿਹਾ ਹੈ। ਸਤ 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 ਨਾਨਕ ਕਹਿਆ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਦੇ ਹਨ ਕਿ ਅਸਾਂ ਨੇ ਇਹ ਸਤ ਸੱਚਾ ਬਚਨ ਉਚਾਰਿਆ ਹੈ, ਕਿ ਸੱਚਾ ਬਚਨ ਕਿਹਾ ਹੈ, ਸਤ ਸੱਚਾ ਬਚਨ ਕਿਹਾ ਹੈ। 3 ਵਾਰੀ ਪ੍ਰਤੱਗਿਆ ਨਾਲ ਬਚਨ ਕਿਹਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸਾਂ ਨੇ ਨਿਸ਼ਚੇ ਕਰਕੇ ਸੱਚ ਬਚਨ ਕਿਹਾ ਹੈ। ਇਸ ਬਚਨ ਨੂੰ ਤੁਸੀਂ ਆਪਣੇ ਹਿਰਦੇ ਮਨ ਵਿੱਚ ਸੰਭਾਲ ਕੇ ਦੇਖ ਲਵੋ ਕਿ ਇਹ ਸੱਚ ਹੀ ਬਾਣੀ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਮਹਾਰਾਜ ਜੀ ਗੁਰਬਾਣੀ ਦੁਆਰਾ ਪਖੰਡ ਬਾਰੇ ਸਮਝਾਉਣਾ ਕੀਤਾ ਹੈ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਪਖੰਡ ਦੀ ਨਿੰਦਿਆ ਕਰਦੇ ਹਨ ਕਿ ਆਪੋ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਤਾਂ ਕਿ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਹੋਵੇ। ਮਹਾਰਾਜ ਜੀ ਦੀ ਬਾਣੀ ਪੜ੍ਹਦਿਆਂ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ ਖਿਮਾ ਆਓ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ।